हम न सकत कर सिफत तुम्हारी, आप लेहो तुम कथा सुधारी। परम सन्मानयोग गुरता गद्दी ते सुभाईमान चार शातर तख जी दे मालक याहराज हूर हाजरा हजूर दसां पातशाहियां दे आत्मिक स्वरूप धन 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 साहिब सतगुरु श्री गुरु ग्रंथ साहिब महाराज जी दी पावन पवित्र हाजूरी अंदर धन धन बाबा भाई झाड़ू साहिब जी दे पवित्र अस्थानां ते सत संगत रूप हो करके हाजरियां भर रहे गुरु प्यारियो गुरु सवारियो सत्कार सहित गुर फतेह प्रवान करो। आखो जी वाहिगुरु जी का खालसा वाहिगुरु जी की फतेह। आप वडभागे हो जिन्हां नूं सतगुरां दी पावन गोद अंदर सत संगत दीआं घड़ियां प्राप्त हो रहीआं ने। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਪਰਸ ਕਰਕੇ ਅੰਮ੍ਰਿਤਮਈ ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕਰਕੇ ਅਤੇ ਅੰਮ੍ਰਿਤਮਈ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ ਰਹੇ ਸੀ। ਵਡਭਾਗੇ ਹੋ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਪਿਛਲਾ ਕੱਤਕ ਦਾ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਹੋਇਆ ਹੈ। ਅੱਜ ਮੱਘਰ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਸਾਰਿਆਂ ਤੇ ਕਿ ਇਹ ਮਹੀਨਾ ਵੀ ਗੁਰਮਤਿ ਅਨੁਸਾਰ ਵਿਚਰਦਿਆਂ ਹੋਇਆਂ ਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਸਿਮਰਨ ਕਰਦਿਆਂ ਕਰਾਉਂਦਿਆਂ ਸਤ ਸੰਗਤ ਕਰਦਿਆਂ ਸੇਵਾ ਸਿਮਰਨ ਕਰਦਿਆਂ ਬਤੀਤ ਹੋਵੇ। ਅੱਜ ਦੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਪਾਵਨ ਗੁਰਬਾਣੀ 12 ਮਾਹ ਦੀ ਪਾਵਨ ਬਾਣੀ ਦਾ ਪਾਠ ਵੀ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਜੋ ਸਾਲ ਦੇ 12 ਮਹੀਨੇ ਨੇ ਇਨ੍ਹਾਂ ਮਹੀਨਿਆਂ ਦੁਆਰਾ ਵੀ ਸਾਨੂੰ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਤਿਗੁਰਾਂ ਦੀ ਕਿਰਪਾ ਦੁਆਰਾ ਉਹ ਪਾਵਨ ਉਪਦੇਸ਼ ਸਰਵਣ ਕਰਕੇ ਜੀਵਨ ਨੂੰ ਸਵਾਰੀਏ ਜੋ ਅੱਜ ਦੇ ਮਹੀਨੇ ਦੇ ਪ੍ਰਥਾਏ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤਾਈ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਨਾ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮੰਗਿਰ ਮਾਹੇ ਸੁਹੰਦੀਆ, ਹਰ ਪਿਰ ਸੰਗ ਬੈਠੜਿਆ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਦੇ ਮਹੀਨੇ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪਰਮੇਸ਼ਰ ਨੂੰ ਪਤੀ ਰੂਪ ਬਿਆਨ ਕੀਤਾ ਹੈ ਅਤੇ ਜੀਵ ਨੂੰ ਇਸਤਰੀ ਰੂਪ ਅਲੰਕਾਰ ਵਿੱਚ ਵਰਤਿਆ ਹੈ, ਕਿਉਂਕਿ ਪਤੀ ਤੇ ਪਤਨੀ ਦਾ ਰਿਸ਼ਤਾ ਇਸ ਸੰਸਾਰ ਵਿੱਚ ਆਪਾਂ ਦੇਖਦੇ ਹਾਂ। ਜਿੱਥੇ ਇਹ ਬਾਹਰੀ ਤੌਰ ਤੇ ਰਿਸ਼ਤਾ ਹੈ, ਉੱਥੇ ਪਰਮੇਸ਼ਰ ਦਾ ਤੇ ਇਸ ਜੀਵ ਦਾ ਵੀ ਰਿਸ਼ਤਾ ਇਸ ਤਰ੍ਹਾਂ ਦਾ ਹੀ ਗੁਰਬਾਣੀ ਅੰਦਰ ਬਿਆਨ ਕੀਤਾ ਹੈ ਕਿ ਜਿਵੇਂ ਇੱਕ ਪਤਨੀ ਨੇ ਆਪਣੇ ਪਤੀ ਦੀ ਖੁਸ਼ੀ ਪ੍ਰਾਪਤੀ ਵਾਸਤੇ ਪਤੀ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਹੈ, ਮੰਨਣਾ ਹੈ, ਇਸੇ ਤਰ੍ਹਾਂ ਜੀਵ ਨੇ ਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਚੱਲਣਾ ਹੈ, ਤਾਂ ਹੀ ਗੁਰੂ ਪਰਮੇਸ਼ਰ ਰੂਪੀ ਪਤੀ ਦੀ ਪ੍ਰਾਪਤੀ ਹੋਵੇਗੀ, ਖੁਸ਼ੀ ਹੋਵੇਗੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮੰਗਿਰ ਮਾਹੇ ਸੁਹੰਦੀਆ। ਮੰਗਿਰ ਦਾ ਅਰਥ ਹੈ ਮੱਘਰ। ਮੱਘਰ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਉਹ ਜੀਵ ਰੂਪੀ ਇਸਤਰੀਆਂ ਸੋਭਾ ਪਾਉਂਦੀਆਂ ਨੇ। ਕਿਹੜੀਆਂ? ਹਰ ਪਿਰ ਸੰਗ ਬੈਠੜੀਆ, ਜਿਹੜੀਆਂ ਜੀਵ ਰੂਪੀ ਇਸਤਰੀਆਂ ਹਰੀ ਪਰਮੇਸ਼ਰ ਰੂਪੀ ਪਤੀ ਦੇ ਨਾਲ ਬੈਠੀਆਂ, ਭਾਵ ਜਿਨ੍ਹਾਂ ਨੂੰ ਵਾਹਿਗੁਰੂ ਪਤੀ ਦੀ ਪ੍ਰਾਪਤੀ ਹੋ ਗਈ, ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਉਹ ਜੀਵ ਰੂਪੀ ਇਸਤਰੀਆਂ ਸੋਭਾ ਪਾਉਂਦੀਆਂ ਨੇ। ਕਿਉਂਕਿ ਮਾਲਕ ਦੀ ਪ੍ਰਾਪਤੀ ਹੋ ਜਾਣੀ ਬਹੁਤ ਵੱਡੀ ਦਾਤ ਹੈ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੂੰ ਉਸ ਮਾਲਕ ਦੀ ਪ੍ਰਾਪਤੀ ਹੋਈ, ਉਹਨਾਂ ਤੇ ਰਹਿਮਤਾਂ ਹੋਈਆਂ, ਉਹਨਾਂ ਨੂੰ ਅੱਜ ਜਗਤ ਪੂਜਦਾ ਹੈ, ਉਹਨਾਂ ਦਾ ਅੱਜ ਸੰਸਾਰ ਵਿੱਚ ਹਰ ਥਾਂ ਜਸ ਹੁੰਦਾ ਹੈ, ਜਿਨ੍ਹਾਂ ਨੂੰ ਪ੍ਰਭੂ ਮਿਲ ਪਿਆ ਹੈ। ਤੇ ਗੁਰਮਤਿ ਦਾ ਨਿਰਣਾ ਹੈ ਕਿ ਜਿਨ੍ਹਾਂ ਨੂੰ ਮਾਲਕ ਮਿਲ ਜਾਵੇ, ਉਹ ਮਾਲਕ ਦਾ ਰੂਪ ਹੋ ਜਾਂਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੀਲ ਕੇ ਲਾਲੀ। ਜਿਨ੍ਹਾਂ ਨੇ ਹਰੀ ਵਾਹਿਗੁਰੂ ਨੂੰ ਜਪਿਆ ਹੈ, ਪਾਤਸ਼ਾਹ ਜੀ ਫਰਮਾਉਂਦੇ ਨੇ, ਉਹ ਵਾਹਿਗੁਰੂ ਦਾ ਰੂਪ ਹੋ ਗਏ। ਹਰ ਮਿਲਿਆ ਕੀਲ ਕੇ ਲਾਲੀ, ਉਹਨਾਂ ਨੂੰ ਉਹ ਵਾਹਿਗੁਰੂ ਮਿਲ ਗਿਆ ਜਿਹੜਾ ਸੰਸਾਰ ਦੀ ਖੇਡ ਰਚਣ ਵਾਲਾ, ਉਹ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਕਿਉਂਕਿ ਸੰਸਾਰ ਦੇ ਅੰਦਰ ਜੀਵ ਥਾਂ ਥਾਂ ਵਿਚਰਦੇ ਨੇ, ਭਾਵੇਂ ਸੰਸਾਰ ਅੰਦਰ ਵੀ ਵਡਿਆਈਆਂ ਦੇ ਅਹੁਦੇ ਪ੍ਰਾਪਤ ਹੁੰਦੇ ਨੇ, ਪਰ ਜਿਹੜੀ ਵਡਿਆਈ ਪ੍ਰਭੂ ਦੇ ਕੋਲ ਬੈਠ ਕੇ ਮਿਲਣੀ ਆ, ਮਾਲਕ ਦੇ ਕੋਲ ਬੈਠ ਕੇ ਮਿਲਣੀ ਆ, ਉਹ ਕਿਤੇੋਂ ਨਹੀਂ ਮਿਲਣੀ। ਸੰਸਾਰ ਅੰਦਰ ਅਹੁਦੇ ਵਡਿਆਈਆਂ ਮਾਇਆ ਕਰਕੇ ਨੇ। ਜਿਹੜੀ ਵਡਿਆਈ ਮਾਇਆ ਕਰਕੇ ਮਿਲੀ ਹੈ, ਉਹ ਬਹੁਤੇ ਸਮੇਂ ਦੀ ਨਹੀਂ।
ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ। ਇਸ ਮਾਇਆ ਕੀ ਸੋਭਾ 4 ਦਿਹਾੜੇ ਜਾਂਦੀ ਬਿਲਮ ਨਾ ਹੋਈ। ਇਹ ਮਾਇਆ ਦੀ ਸੋਭਾ ਵਡਿਆਈ 4 ਦਿਨਾਂ ਦੀ ਹੈ। ਜਾਣ ਲੱਗਿਆਂ ਦੇਰੀ ਨਹੀਂ ਲੱਗਣੀ। ਜਦੋਂ ਮਾਇਆ ਚਲੀ ਗਈ ਤੇ ਸੋਭਾ ਵੀ ਚਲੀ ਗਈ। ਸੰਸਾਰਿਕ ਅਹੁਦਿਆਂ ਦੀ ਵਡਿਆਈ ਅਹੁਦੇ ਕਰਕੇ ਜਦੋਂ ਅਹੁਦਾ ਹੱਥੋਂ ਚਲਾ ਗਿਆ ਤੇ ਵਡਿਆਈ ਵੀ ਚਲੀ ਗਈ। ਪੁੱਛਦਾ ਹੀ ਨਹੀਂ ਮੁੜ ਕੇ ਕੋਈ। ਪਰ ਜਿਹੜੀ ਨਿਰੰਕਾਲ ਕੋਲੋਂ ਵਡਿਆਈ ਮਿਲੀ ਹੈ ਉਹ ਕਦੇ ਵੀ ਦੂਰ ਨਹੀਂ ਹੁੰਦੀ। ਉਹ ਦਿਨੋਂ ਦਿਨ ਵੱਧਦੀ ਜਾਂਦੀ ਹੈ, ਘਟਦੀ ਨਹੀਂ, ਵੱਧਦੀ ਹੈ। ਇਸੇ ਕਰਕੇ ਪਾਵਨ ਗੁਰਬਾਣੀ ਦੇ ਅੰਦਰ ਸਤਿਗੁਰੂ ਨੂੰ, ਪਰਮੇਸ਼ਰ ਨੂੰ ਸੱਚਾ ਪਾਤਸ਼ਾਹ ਲਿਖਿਆ। ਦੁਨਿਆਵੀ ਰਾਜਿਆਂ ਨੂੰ ਸੱਚਾ ਪਾਤਸ਼ਾਹ ਨੇ ਕਿਹਾ, ਉਹ ਤੇ ਝੂਠੇ ਪਾਤਸ਼ਾਹ ਨੇ। ਭਾਈ ਗੁਰਦਾਸ ਜੀ ਇੱਕ ਵਚਨ ਲਿਖਦੇ ਨੇ, ਸਤਿਗੁਰ ਸੱਚਾ ਪਾਤਸ਼ਾਹੋ ਹੋਰ ਕੂੜੇ ਪਾਤਸ਼ਾਹ ਦੁਨੀਆਵੇ। ਕਹਿੰਦੇ ਹੋਰ ਜਿਹੜੇ ਦੁਨੀਆ ਅੰਦਰ ਬਾਦਸ਼ਾਹ ਪਾਤਸ਼ਾਹ ਬਣੇ ਨੇ ਉਹ ਤਾਂ ਕੂੜੇ ਨੇ, ਝੂਠੇ ਨੇ। ਸੱਚਾ ਪਾਤਸ਼ਾਹ ਤਾਂ ਕੇਵਲ ਸਤਿਗੁਰੂ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ। ਸੱਚਾ ਸੱਜਣ ਸੱਚਾ ਪਾਤਸ਼ਾਹ ਉਹ ਵਾਹਿਗੁਰੂ ਹੈ। ਤੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਪਾਸ ਬੈਠਿਆ ਸੋਹੀ ਹੈ, ਜਿਹਦੇ ਕੋਲ ਬੈਠ ਕਰਕੇ ਸੋਭਾ ਪਾਈਦੀ ਹੈ। ਸਭਨਾ ਦਾ ਵਿਸਾਹੋ, ਸਾਰਿਆਂ ਦਾ ਉਹ ਭਰੋਸੇਯੋਗ ਹੈ। ਉਹਦੇ ਤੇ ਵਿਸ਼ਵਾਸ ਕਰ ਸਕਦੇ ਹਾਂ, ਪਰ ਬੰਦੇ ਤੇ ਨਹੀਂ ਕੀਤਾ ਜਾਂਦਾ। ਬੰਦੇ ਦਾ ਕੀ ਪਤਾ ਕਦੋਂ ਧੋਖਾ ਦੇ ਜਾਣਾ। ਪਰ ਨਿਰੰਕਾਰ ਕਿਸੇ ਨੂੰ ਧੋਖਾ ਨਹੀਂ ਦਿੰਦਾ। ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ ਕਿ ਉਹ ਜੀਵ ਰੂਪੀ ਇਸਤਰੀਆਂ ਮੱਘਰ ਦੇ ਮਹੀਨੇ ਵਿੱਚ ਸੋਭਾ ਪਾਉਂਦੀਆਂ ਨੇ, ਜਿਹੜੀਆਂ ਜੀਵ ਰੂਪੀ ਇਸਤਰੀਆਂ ਪਤੀ ਪਰਮੇਸ਼ਰ ਦੇ ਕੋਲ ਬੈਠੀਆਂ, ਭਾਵ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਇਤਿਹਾਸ ਨੂੰ ਪੜ੍ਹਨਾ ਕਰੀਏ ਤੇ ਜ਼ਿਕਰ ਮਿਲਦਾ ਹੈ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਹੋਇਆ ਭਾਈ ਪਾਰੋ। ਸਿੱਖੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੋਂ ਧਾਰਨ ਕੀਤੀ। ਉਪਰੰਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਸਿੱਖੀ ਨੂੰ ਹੋਰ ਕਮਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸਿੱਖ ਨੂੰ ਪਰਮਹੰਸ ਦਾ ਖਿਤਾਬ ਦਿੱਤਾ, ਕਿਉਂਕਿ ਇੱਕ ਤਾਂ ਹੰਸ ਹੁੰਦਾ ਪੰਛੀ। ਹੰਸ ਦੀ ਖੂਬੀ ਹੈ ਕਿ ਉਹ ਮਾਨ ਸਰੋਵਰ ਤੇ ਰਹਿੰਦਾ ਹੈ, ਹੋਰ ਨਹੀਂ ਕਿਤੇ ਜਾਂਦਾ। ਹੰਸ ਦੀ ਇਹ ਵੀ ਖੂਬੀ ਹੈ ਕਿ ਉਹਦੇ ਅੱਗੇ ਦੁੱਧ ਰੱਖ ਦਈਏ ਤੇ ਜਦੋਂ ਉਹ ਆਪਣੀ ਚੁੰਝ ਵਿੱਚ ਪਾਉਂਦਾ ਹੈ, ਦੁੱਧ ਦੇ ਫੁੱਟ ਵੱਖਰੇ ਹੋ ਜਾਂਦੇ ਤੇ ਪਾਣੀ ਵੱਖਰਾ ਹੋ ਜਾਂਦਾ ਹੈ। ਉਹ ਫੁੱਟ ਖਾ ਲੈਂਦਾ ਹੈ ਤੇ ਪਾਣੀ ਛੱਡ ਦਿੰਦਾ ਹੈ। ਇਸੇ ਤਰ੍ਹਾਂ ਭਾਈ ਪਾਰੋ ਨੂੰ ਪਰਮਹੰਸ ਇਸੇ ਕਰਕੇ ਕਿਹਾ ਹੈ। ਇੱਕ ਤਾਂ ਭਾਈ ਪਾਰੋ ਗੁਰੂ ਦਾ ਦਰ ਛੱਡਣ ਵਾਲੇ ਨਹੀਂ, ਕਿਤੇ ਹੋਰ ਜਾਂਦੇ ਹੀ ਨਹੀਂ। ਜਿਵੇਂ ਮਾਨ ਸਰੋਵਰ ਤੋਂ ਬਿਨਾਂ ਹੰਸ ਕਿਤੇ ਨਹੀਂ ਜਾਂਦਾ, ਤਿਵੇਂ ਰੱਬ ਦਾ ਪਿਆਰਾ ਗੁਰੂ ਤੋਂ ਬਿਨਾਂ ਕਿਤੇ ਹੋਰ ਨਹੀਂ ਜਾਂਦਾ। ਜਿਵੇਂ ਹੰਸ ਵਿੱਚ ਗੁਣ ਹੈ ਦੁੱਧ ਤੇ ਪਾਣੀ ਦਾ ਨਿਚੋੜ ਕਰਨ ਦਾ, ਵੱਖ-ਵੱਖ ਕਰਨ ਦਾ, ਇਸੇ ਤਰ੍ਹਾਂ ਰੱਬ ਦੇ ਪਿਆਰੇ ਅੰਦਰ ਵੀ ਇਹ ਗੁਣ ਹੈ। ਉਹ ਸੱਚ ਤੇ ਝੂਠ ਦਾ ਨਿਖੇੜਾ ਕਰਦਾ ਹੈ, ਸੱਚ ਨੂੰ ਧਾਰਨ ਕਰ ਲੈਂਦਾ ਹੈ, ਝੂਠ ਨੂੰ ਤਿਆਗ ਦਿੰਦਾ ਹੈ। ਸਤਿਗੁਰਾਂ ਨੇ ਪਰਮਹੰਸ ਦਾ ਖਿਤਾਬ ਦਿੱਤਾ ਭਾਈ ਪਾਰੋ ਨੂੰ।
ਭਾਈ ਪਾਰੋ ਦਾ ਪਿੰਡ ਸੀ ਡੱਲਾ। ਸ੍ਰੀ ਸੁਲਤਾਨਪੁਰ ਸਾਹਿਬ ਦੇ ਨੇੜੇ ਪਿੰਡ ਹੈ ਡੱਲਾ। ਇਸ ਪਿੰਡ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹੁਰੇ ਨੇ। ਮਾਤਾ ਦਮੋਦਰੀ ਜੀ ਦਾ ਪਿੰਡ, ਤੇ ਮਾਤਾ ਦਮੋਦਰੀ ਜੀ ਵੀ ਭਾਈ ਪਾਰੋ ਦੀ ਵੰਸ਼ ਵਿੱਚੋਂ ਹੀ ਆ। ਤੇ ਭਾਈ ਪਾਰੋ ਜੀ ਡੱਲੇ ਪਿੰਡ ਤੋਂ ਰੋਜ਼ ਹੀ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੇ ਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਸਭ ਤੋਂ ਵੱਧ ਬ੍ਰਹਮ ਗਿਆਨੀ ਸਿੱਖ ਡੱਲੇ ਪਿੰਡ ਵਿੱਚ ਹੋਏ ਨੇ। 72 ਸਿੱਖਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ 72 ਸਿੱਖ ਕੱਲੇ ਡੱਲੇ ਪਿੰਡ ਵਿੱਚੋਂ ਹੋਏ ਜਿਹੜੇ ਬ੍ਰਹਮ ਗਿਆਨੀ ਹੋਏ ਨੇ, ਗੁਰੂ ਦੇ ਪਿਆਰੇ ਹੋਏ। ਇੰਨੇ ਬ੍ਰਹਮ ਗਿਆਨੀ ਕਿਸੇ ਪਿੰਡ ਵਿੱਚ ਨਹੀਂ ਹੋਏ। ਹੁਣ ਭਾਈ ਪਾਰੋ ਜੀ ਰੋਜ਼ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਸੇਵਾ ਕਰਦੇ, ਸਿਮਰਨ ਕਰਦੇ। ਭਾਈ ਪਾਰੋ ਜੀ ਦੇ ਕੋਲ ਇੱਕ ਘੋੜੀ ਹੈ, ਤੇ ਘੋੜੀ ਤੇ ਅਸਵਾਰ ਹੋ ਕਰਕੇ ਆਉਂਦੇ ਨੇ। ਬਿਆਸਾ ਦਰਿਆ ਨੂੰ ਪਾਰ ਕਰਨਾ ਹੈ ਤੇ ਫਿਰ ਅੱਗੇ ਗੋਇੰਦਵਾਲ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ ਚਲੇ ਜਾਣਾ। ਘਟਨਾਵਾਂ ਤੇ ਉਹਨਾਂ ਦੇ ਜੀਵਨ ਵਿੱਚ ਬੜੀਆਂ ਜ਼ਿਕਰ ਮਿਲਦਾ ਹੈ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਭਾਈ ਪਾਰੋ ਜੀ ਆਉਂਦੇ ਨਾ, ਉਹਨਾਂ ਦੀ ਘੋੜੀ ਜਿਹੜੀ ਹੈ ਉਹਦੇ ਪੈਰ ਧਰਤੀ ਤੇ ਲੱਗਦੇ ਨਹੀਂ, ਹਵਾ ਵਿੱਚ ਹੀ ਉੱਡਦੀ ਆਉਂਦੀ ਹੈ। ਇੰਨੀ ਅਵਸਥਾ ਦੇ ਮਾਲਕ ਨੇ, ਇੰਨਾ ਉਚੇਰਾ ਜੀਵਨ ਹੈ, ਇੰਨੀਆਂ ਸ਼ਕਤੀਆਂ ਉਹਨਾਂ ਦੇ ਕੋਲ ਨੇ। ਇੱਕ ਦਿਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਪਾਰੋ, ਸਾਡਾ ਵਿਚਾਰ ਹੈ, ਸਾਡੀ ਇੱਛਾ ਹੈ ਕਿ ਚੌਥੇ ਥਾਂ ਤੇ ਅਸੀਂ ਤੈਨੂੰ ਬਿਠਾ ਦਈਏ, ਗੁਰਤਾ ਗੱਦੀ ਦਾ ਮਾਲਕ ਬਣਾ ਦਈਏ। ਭਾਈ ਪਾਰੋ ਨੇ ਹੱਥ ਜੋੜੇ ਆਖਿਆ, ਨਹੀਂ ਸੱਚੇ ਪਾਤਸ਼ਾਹ, ਮੈਂ ਇਸ ਦੇ ਯੋਗ ਨਹੀਂ ਗਾ, ਮੈਨੂੰ ਤੁਸੀਂ ਸਿੱਖੀ ਬਖਸ਼ੋ, ਮੈਂ ਇਸ ਦੇ ਲਾਇਕ ਨਹੀਂ ਗਾ। ਸਤਿਗੁਰੂ ਜੀ ਬਹੁਤੇ ਖੁਸ਼ ਹੋਏ ਵੀ ਸਿੱਖ ਦੇ ਅੰਦਰ ਐਸੀ ਭਾਵਨਾ ਹੈ। ਗੁਰਤਾ ਗੱਦੀ ਤੇ ਪਾਤਸ਼ਾਹ ਨੇ ਜਿੱਥੇ ਦੇਣੀ ਸੀ ਉੱਥੇ ਹੀ ਦੇਣੀ ਹੈ, ਪਰ ਇਹ ਸਤਿਗੁਰਾਂ ਦੇ ਕੌਤਕ ਨੇ। ਸਿੱਖ ਦੀ ਪਰਖ ਵੀ ਕਰਦੇ ਨੇ ਮਹਾਰਾਜ, ਕਿੱਥੇ ਖੜਾ ਹੈ। ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਿਆਈ ਦਿੱਤੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚੰਗਾ ਭਾਈ ਪਾਰੋ, ਜੇ ਤੇਰੀ ਇਹ ਭਾਵਨਾ ਤੇ ਇੱਕ ਸਾਡਾ ਵਚਨ ਫਿਰ ਮੰਨ, ਜਾਂ ਆਪਣੇ ਨਗਰ ਚਲਾ ਜਾ, ਜਾ ਕੇ ਸਰੀਰ ਤਿਆਗ ਦੇ, ਤੇ ਆਪਾਂ ਦੋਵੇਂ ਹੀ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਬੈਠ ਕਰਕੇ ਸੰਸਾਰ ਦਾ ਭਲਾ ਕਰਨਾ। ਧਿਆਨ ਦੇਣਾ, ਮੈਂ ਬਚਨ ਇਹ ਕਿਉਂ ਸੁਣਾਇਆ, ਕਿਉਂਕਿ ਇੱਥੇ ਬਚਨ ਆਇਆ, ਹਰ ਪੇਰ ਸੰਗ ਬੈਠੜੀ ਆ। ਜਿਹੜੇ ਜੀਵ ਗੁਰੂ ਪਰਮੇਸ਼ਰ ਦੇ ਨਾਲ ਬੈਠ ਗਏ, ਉਹਨਾਂ ਨੂੰ ਫਿਰ ਸਤਿਗੁਰੂ ਜੀ ਵੱਖ ਨਹੀਂ ਕਰਦੇ, ਆਪਣੇ ਨਾਲ ਹੀ ਬਿਠਾ ਕੇ ਰੱਖਦੇ ਨੇ। ਭਾਈ ਪਾਰੋ ਨੂੰ ਕਹਿਣ ਲੱਗੇ, ਸਰੀਰ ਤਿਆਗਦੇ, ਆਪਾਂ ਦੋਵੇਂ ਹੀ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਬੈਠ ਕਰਕੇ ਸੰਸਾਰ ਦਾ ਭਲਾ ਕਰਦੇ। ਭਾਈ ਪਾਰੋ ਨੇ ਹੁਕਮ ਮੰਨਿਆ, ਸਤ ਬਚਨ ਕਹਿ ਕਰਕੇ ਚੱਲ ਪਏ। ਡੱਲੇ ਪਿੰਡ ਵਿੱਚ ਆ ਕਰਕੇ ਸਰੀਰ ਤਿਆਗਣ ਦੀ ਤਿਆਰੀ ਕਰ ਲਈ। ਜੋ ਘਰ-ਬਾਰ ਸੀ ਸਭ ਕੁਝ ਗਰੀਬਾਂ 'ਚ ਵੰਡ ਦਿੱਤਾ, ਕੋਈ ਵਸਤੂ ਨਹੀਂ ਰੱਖੀ। ਇੱਕ ਘੋੜੀ ਤੇ ਥੋੜਾ ਜਿਹਾ ਧਨ,
ਸਿੱਖਾਂ ਨੂੰ ਆਖਿਆ ਕਿ ਇਹ ਧੰਨ ਗੁਰੂ ਅਮਰਦਾਸ ਜੀ ਦੀ ਭੇਟਾ ਹੈ। ਮੈਂ ਹੁਣ ਸਰੀਰ ਤਿਆਗ ਦੇਣਾ ਤੇ ਤੁਸੀਂ ਇਹ ਦੋਵੇਂ ਚੀਜ਼ਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਗੁਰੂ ਰਾਮਦਾਸ ਜੀ ਨੂੰ ਦੇ ਆਇਓ। ਉਸ ਵੇਲੇ ਭਾਈ ਪਾਰੋ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਅਰਦਾਸ ਕੀਤੀ ਹੈ ਤੇ ਲੰਮੇ ਪੈ ਗਏ ਹੈ, ਵਸਤਰ ਲੈ ਕੇ ਤੇ ਸਰੀਰ ਤਿਆਗ ਦਿੱਤਾ ਹੈ ਤੇ ਸਦਾ ਵਾਸਤੇ ਗੁਰੂ ਪਰਮੇਸ਼ਰ ਨਾਲ ਬੈਠ ਗਏ, ਭਾਵ ਲੀਨ ਹੋ ਗਏ। ਕਿਉਂਕਿ ਉਹ ਜੀਵ ਸੋਭਾ ਪਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਨਾਲ ਬੈਠਦੇ ਨੇ, ਪਰਮੇਸ਼ਰ ਨਾਲ ਬੈਠ ਜਾਂਦੇ ਨੇ। ਐਸੇ ਨੇ ਭਾਈ ਪਾਰੋ ਜੀ। ਪਾਤਸ਼ਾਹ ਜੀ ਫਰਮਾਉਂਦੇ ਨੇ, ਮੰਗਿਰ ਮਾਹੇ ਸੁਹੰਦੀਆ, ਕਿ ਉਹ ਜੀਵ ਰੂਪੀ ਇਸਤਰੀਆਂ ਸੋਭਾ ਪਾਉਂਦੀਆਂ ਨੇ ਹਰ ਪਿਰ ਸੰਗ ਬੈਠੜੀ ਆ, ਜਿਹੜੀਆਂ ਹਰੀ ਵਾਹਿਗੁਰੂ ਰੂਪੀ ਪਤੀ ਦੇ ਨਾਲ ਬੈਠੀਆਂ, ਭਾਵ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਤਿੰਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮਿਲੜਿਆ। ਪਾਤਸ਼ਾਹ ਜੀ ਫਰਮਾਉਂਦੇ ਨੇ, ਤਿੰਨਾਂ ਦੀ ਸੋਭਾ ਵਡਿਆਈ ਕੀ ਗਿਣਾਂਗੇ, ਨਹੀਂ ਗਿਣੀ ਜਾ ਸਕਦੀ। ਕਿਹਨਾਂ ਦੀ? ਜਿਨ੍ਹਾਂ ਨੂੰ ਸਾਹਿਬ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ ਹੈ, ਆਪਣੇ ਵਿੱਚ ਅਭੇਦਤਾ ਬਖਸ਼ਿਸ਼ ਕੀਤੀ ਹੈ। ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਹੁਣ ਆਪਾਂ ਕੀ ਵਡਿਆਈ ਕਰਾਂਗੇ ਉਹਨਾਂ ਦੀ? ਜਿਸ ਭਾਈ ਵਿਧੀ ਚੰਦ ਬਹਾਦਰ ਜੀ ਨੂੰ ਮਹਾਰਾਜ ਨੇ ਵਚਨ ਕਹਿ ਦਿੱਤਾ ਵੀ ਇਹ ਸਾਡਾ ਸੀਨਾ ਹੈ, ਆਪਣੇ ਨਾਲ ਮੇਲ ਲਿਆ, ਹੁਣ ਆਪਾਂ ਵਡਿਆਈ ਕਰ ਲਵਾਂਗੇ? ਨਹੀਂ ਕਰ ਸਕਦੇ। ਉਹਨਾਂ ਦੀ ਸੋਭਾ ਵਡਿਆਈ ਹਾਂ ਗੁਣ ਗਾ ਸਕਦੇ, ਪਰ ਅੰਤ ਨਹੀਂ ਪਾ ਸਕਦੇ ਵੀ ਕਿੰਨੀ ਕੁ ਵਡਿਆਈ ਉਹਨਾਂ ਦੀ ਹੈ। ਰੰਗਰੇਟੇ ਗੁਰੂ ਕੇ ਬੇਟੇ ਮੇਲ ਲਿਆ ਨਾ, ਕਹਿ ਕੇ ਪਾਤਸ਼ਾਹ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੇ ਪੁੱਤਰ ਬਣਾਇਆ, ਨਾਲ ਮੇਲ ਲਿਆ। ਹੁਣ ਕੌਣ ਵਡਿਆਈ ਕਰੂ ਬਾਬਾ ਜੀਵਨ ਸਿੰਘ ਦੀ? ਕਰ ਸਕਦਾ ਕੋਈ? ਜਿਸ ਨੂੰ ਸਤਿਗੁਰਾਂ ਨੇ ਆਪਣੇ ਨਾਲ ਮੇਲ ਲਿਆ ਨਾ, ਉਹਨਾਂ ਦੀ ਵਡਿਆਈ ਬਿਆਨ ਤੋਂ ਪਰੇ ਹੈ। ਗਿਣਤੀ ਮਿਣਤੀ ਵਿੱਚ ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਨ ਹਾਰਾ। ਭਾਈ ਮੰਝ ਨੂੰ ਮੇਲ ਲਿਆ, ਕਰ ਸਕਦਾ ਕੋਈ ਵਡਿਆਈ ਭਾਈ ਮੰਝ ਦੀ? ਨਹੀਂ ਗੁਰਮੁਖੋ, ਭਾਈ ਮੰਝ ਦੀ ਵਡਿਆਈ ਕੌਣ ਕਰੇਗਾ? ਨਹੀਂ ਕਰ ਸਕਦਾ। ਉਹਨਾਂ ਦੀ ਸੋਭਾ ਵਡਿਆਈ ਗਿਣਤੀ ਵਿੱਚ ਨਹੀਂ ਆ ਸਕਦੀ। ਹਾਂ, ਵਡਿਆਈ ਆਪਾਂ ਸਟੇਜਾਂ 'ਤੇ ਕਰਦੇ ਹਾਂ ਉਹਨਾਂ ਗੁਰਮੁਖਾਂ ਦੀ, ਉਹ ਵੱਖਰਾ ਵਿਸ਼ਾ। ਇੱਥੇ ਭਾਵ ਇਹ ਹੈ ਕਿ ਕੌਣ ਉਹਨਾਂ ਦੱਸ ਸਕਦਾ ਵੀ ਉਹਨਾਂ ਦੀ ਇੰਨੀ ਕੁ ਵਡਿਆਈ? ਗਿਣਤੀ ਮਿਣਤੀ ਵਿੱਚ ਨਹੀਂ ਆਉਂਦੀ ਉਹਨਾਂ ਦੀ ਵਡਿਆਈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਪਾਤਸ਼ਾਹ ਨੇ ਆਪਣੇ ਨਾਲ ਮੇਲ ਲਿਆ। ਕੌਣ ਕਰੂਗਾ ਹੁਣ ਬਾਬਾ ਬੁੱਢਾ ਜੀ ਦੀ ਵਡਿਆਈ? ਕੋਈ ਦੱਸ ਸਕਦਾ ਵੀ ਇੰਨੀ ਕੁ ਵਡਿਆਈ ਬਾਬਾ ਬੁੱਢਾ? ਦਰਸ਼ਨ ਕਰਨ ਜਾਈਏ ਉਹਨਾਂ ਦੇ ਪਾਵਨ ਸਥਾਨ ਤੇ ਰੋਜ਼ ਹੀ ਅੰਤ ਨਹੀਂ ਹੁੰਦਾ ਸੰਗਤ ਦਾ। ਐਤਵਾਰ ਤੇ ਸੰਗਰਾਂਦ ਵਾਲੇ ਦਿਨ ਤਾਂ ਮੱਥਾ ਨਹੀਂ ਟੇਕਿਆ ਜਾਂਦਾ। ਕਿੱਥੋਂ ਕਿੱਥੋਂ ਦੁਨੀਆ ਚੱਲ ਕੇ ਆਉਂਦੀ, ਵਡਿਆਈ ਹੈ ਨਾ, ਤਾਂ ਹੀ ਆਉਂਦੇ ਨੇ। ਸੋ ਕੌਣ ਉਹਨਾਂ ਦੀ ਵਡਿਆਈ ਬਾਰੇ ਗਿਣਤੀ ਮਿਣਤੀ ਵਿੱਚ ਨਹੀਂ ਕੋਈ ਦੱਸ ਸਕਦਾ। ਧੰਨ ਗੁਰੂ ਅਰਜਨ ਸਾਹਿਬ ਤਾਂ ਇੱਥੋਂ ਤੱਕ ਬਚਨ ਕਰਦੇ ਨੇ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਵੀ ਜਿਹੜੇ ਜੀਵ ਇੱਕ ਕਿਨਕ ਆਈ ਕਹੀ ਨਹੀਂ ਜਾ ਸਕਦੀ। ਮਹਾਰਾਜ ਜੀ ਕੋਈ ਕਹੇ ਤਾਂ ਮਹਾਰਾਜ ਕਹਿੰਦੇ ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋਈ ਕਹਿਣ ਦਾ ਯਤਨ ਕਰੇ ਤੇ ਬਾਅਦ ਵਿੱਚ ਪਛਤਾਵੇਗਾ ਕਿ ਜੋ ਮੈਂ ਕਿਹਾ ਉਹ ਗਲਤ ਹੈ। ਵਡਿਆਈ ਤਾਂ ਇਹਦੇ ਨਾਲੋਂ ਅੱਗੇ ਆ ਗੁਰਮੁਖਾਂ ਦੀ, ਬਹੁਤ ਜ਼ਿਆਦਾ ਵਡਿਆਈ ਹੈ। ਮੈਂ ਤਾਂ ਥੋੜ੍ਹੀ ਜਿਹੀ ਕਹੀ, ਉਹ ਪਛਤਾਵੇਗਾ ਬਾਅਦ ਵਿੱਚ। ਮਾਰੇ ਕਲਮ ਨਾਲ ਲਿਖਿਆ ਜਾ ਸਕਦਾ, ਕਾਗਜ਼ ਦੇ ਉੱਪਰ ਲਿਖ ਸਕਦੇ ਨੇ। ਮਾਰੇ ਕਹਿੰਦੇ ਬਿਲਕੁਲ ਨਹੀਂ, ਕਾਗਜ਼ ਕਲਮ ਨਾਲ ਲਿਖਣ ਹਾਰ। ਉਹਨਾਂ ਦੀ ਵਡਿਆਈ ਕਲਮ ਵੀ ਨਹੀਂ ਲਿਖ ਸਕਦੀ, ਕਾਗਜ਼ 'ਤੇ ਵੀ ਨਹੀਂ ਲਿਖੀ ਜਾ ਸਕਦੀ। ਇੰਨਾ ਕਾਗਜ਼ ਨਹੀਂ ਹੈਗਾ, ਸ਼ਾਈ ਨਹੀਂ ਹੈਗੀ ਕਿ ਉਹਨਾਂ ਗੁਰਮੁਖਾਂ ਦੀ ਵਡਿਆਈ ਕੋਈ ਲਿਖ ਸਕੇ। ਕਾਗਜ਼ ਕਲਮ ਨਾ ਲਿਖਣ ਹਾਰ,
महाराज फिर 4 ਬੰਦੇ 10 ਬੰਦੇ बैठ के विचार करन उहदी वडियाई दी ते तां हो सकदी होवेगी। महाराज कहंदे नहीं, मन्ने का बह करन विचार, मन्ने का बह करन विचार। कहंदे जिन्हें रब नूं मन लिया है, कहंदे बह के ओहदी विचार करन तां भी ओहदी वडियाई बयान नहीं कीती जा सकदी। ऐसा नाम निरंजन होए जे को मन जाणै मन कोए। ऐसा नाम है वाहिगुरू दा, ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਤੇ ਜੇ ਉਸ ਵਡਿਆਈ ਨੂੰ ਜਾਣਨਾ ਹੈ ਤੇ ਪਾਤਸ਼ਾਹ ਕਹਿੰਦੇ ਜੇ ਕੋਈ ਮਨ 'ਚ ਮਨ ਕਰਕੇ ਵੇਖੇ ਫਿਰ ਉਹਨੂੰ ਪਤਾ ਲੱਗੂ ਵਡਿਆਈ ਕਿੰਨੀ ਕੁ, ਪਰ ਉਹ ਦੱਸ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ। ਸੋ ਮਹਾਰਾਜ ਫਰਮਾਉਂਦੇ ਨੇ ਤਿੰਨ ਕੀ ਸੋਭਾ ਕਿਆ ਗਣੀ, ਵੀ ਤਿੰਨਾਂ ਦੀ ਸੋਭਾ ਵਡਿਆਈ ਕੀ ਗਿਣਾਂਗੇ ਆਪਾਂ। ਜੇ ਸਾਹਿਬ ਮਿਲੜਿਆ, ਜਿਨ੍ਹਾਂ ਨੂੰ ਸਾਹਿਬ ਨੇ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ, ਭਾਵ ਕਿ ਆਪਣਾ ਰੂਪ ਬਣਾ ਲਿਆ ਹੈ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜਿਆ। ਸਹੇਲੜਿਆ ਦਾ ਅਰਥ ਹੁੰਦਾ ਸਹੇਲੀਆਂ, ਕਿਉਂਕਿ ਜਦੋਂ ਔਰਤ ਰੂਪ ਵਿੱਚ ਗੱਲ ਕਰੀਏ ਤਾਂ ਫਿਰ ਸਹੇਲੀਆਂ ਦਾ ਜ਼ਿਕਰ ਆਉਂਦਾ ਹੈ। ਜੇ ਮਰਦ ਰੂਪ ਵਿੱਚ ਗੱਲ ਕਰੀਏ ਤਾਂ ਆਪਾਂ ਮਿੱਤਰ ਸ਼ਬਦ ਵਰਤਦੇ, ਕਿਉਂਕਿ ਸ਼ਬਦ ਜਿਹੜੇ ਹੈ ਇਸ ਤਰ੍ਹਾਂ ਬਦਲ ਜਾਂਦੇ। ਹੁਣ ਇੱਥੇ ਵਿਚਾਰ ਚੱਲਦੀ ਹੈ ਕਿ ਪਰਮੇਸ਼ਰ ਪਤੀ ਹੈ ਤੇ ਜੀਵ ਇੱਕ ਇਸਤਰੀ ਹੈ, ਤੇ ਜਦੋਂ ਆਪਾਂ ਇਸ ਤਰ੍ਹਾਂ ਬਿਆਨ ਕਰਾਂਗੇ ਤੇ ਉੱਥੇ ਫਿਰ ਇਸਤਰੀ ਵਾਸਤੇ ਸਹੇਲੀ ਸ਼ਬਦ ਵਰਤਿਆ ਜਾਵੇਗਾ ਕਿ ਸਾਧਾਂ ਰੂਪੀ ਸੰਤਾਂ ਰੂਪੀ ਸਹੇਲੀਆਂ ਦੇ ਨਾਲ ਮਿਲ ਕਰਕੇ ਤਨ ਮਨ ਮੌਲਿਆ ਰਾਮ ਸਿਉ। ਇਹ ਤਨ ਤੇ ਇਹ ਮਨ ਮੌਲਿਆ ਦਾ ਅਰਥ ਹੈ ਖਿੜ ਗਿਆ ਪਰਮੇਸ਼ਰ ਨਾਲ ਮਿਲ ਕਰਕੇ, ਵਾਹਿਗੁਰੂ ਨਾਲ ਜੁੜ ਕਰਕੇ ਤਨ ਵੀ ਖੜਾਓ ਵਿੱਚ ਆ ਗਿਆ, ਮਨ ਵੀ ਆਨੰਦ ਵਿੱਚ ਆ ਗਿਆ, ਅਥਵਾ ਮੌਲਿਆ ਦਾ ਅਰਥ ਮਿਲ ਗਿਆ ਵੀ ਹੈ। ਵੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਮੇਰਾ ਤਨ ਤੇ ਮਨ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਮਿਲ ਗਿਆ ਹੈ, ਪਰਮੇਸ਼ਰ ਵਿੱਚ ਅਭੇਦ ਹੋ ਗਿਆ, ਵਾਹਿਗੁਰੂ ਨਾਲ ਮਿਲ ਗਿਆ। ਪਰ ਇਹ ਅਵਸਥਾ ਬੜੀ ਉੱਚੀ ਹੈ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਸਤਿਗੁਰੂ ਜੀ ਨੇ ਕਿਰਪਾ ਜਿਸ ਮਨੁੱਖ ਤੇ ਕੀਤੀ ਹੈ, ਉਸ ਮਨੁੱਖ ਨੇ ਇਹ ਜੁਗਤੀ ਪਛਾਣੀ ਹੈ, ਇਹ ਜੀਵਨ ਜਾਚ, ਇਹ ਗੁਰਮਤਿ ਨੂੰ ਸਮਝਿਆ ਹੈ। ਤੇ ਜਿਸ ਨੇ ਸਮਝਿਆ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਮਹਾਰਾਜ ਕਹਿੰਦੇ ਉਹ ਰੱਬ ਨਾਲ ਇਉਂ ਲੀਨ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ। ਗੱਜ ਕਰਕੇ ਆਖੋ ਸਤਿਨਾਮ। सूरज किरण मिले जल का जल हुआ राम, ज्योति ज्योत रली संपूर्ण थिया राम। ब्रह्म दीसै ब्रह्म सुनिय, एक एक वखाणीय, आत्म पसारा करण हारा, प्रभ बिना नहीं जानिय। आप करता आप भुगता आप कारण किया, बिनवंत नानक सेई जान है, जिन्नी हर रस पिया। जानदे ओही ने ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਤਾ ਹੈ, ਉਹਨਾਂ ਨੂੰ ਇਸ ਅਵਸਥਾ ਦਾ ਪਤਾ ਲੱਗਦਾ ਹੈ। ਤਨ ਤੇ ਮਨ ਪਰਮੇਸ਼ਰ ਨਾਲ ਮਿਲ ਗਿਆ, ਖਿੜ ਗਿਆ। ਕਦੋਂ? ਜਦੋਂ ਕਹਿੰਦੇ ਨੇ ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚ ਜੁੜ ਕਰਕੇ ਪਰਮੇਸ਼ਰ ਨਾਲ ਜੁੜੇ ਹਾਂ। ਸਾਧ ਜਨਾ ਤੇ ਬਾਹਰੀ, ਸੇ ਰਹਿਨ ਅਕੇਲੜਿਆ। ਰੱਬ ਦੇ ਪਿਆਰਿਆਂ ਦੀ ਸੰਗਤ ਤੋਂ ਜੋ ਜੀਵ ਬਾਹਰ ਹੈ, ਜੀਵ ਰੂਪੀ ਇਸਤਰੀ ਜਿਹੜੀ ਸੰਗਤ ਨਹੀਂ ਕਰਦੀ, ਮਹਾਰਾਜ ਕਹਿੰਦੇ ਉਹ ਇਕੱਲੀ ਰਹਿ ਜਾਂਦੀ ਹੈ। ਉਹਨੂੰ ਪਤੀ ਪਰਮੇਸ਼ਰ ਨਹੀਂ ਮਿਲਦਾ, ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਸੰਗਤ ਵਿੱਚ ਆਉਣਾ ਹਰ ਸਿੱਖ ਵਾਸਤੇ ਜ਼ਰੂਰੀ ਹੈ। ਪਾਤਸ਼ਾਹ ਜੀ ਤਾਂ ਇੱਥੋਂ ਤੱਕ ਵੀ ਵਚਨ ਕਰਦੇ ਨੇ, ਪ੍ਰਾਤਹਿ ਕਾਲ ਸਤ ਸੰਗ ਨ ਜਾਵੈ, ਤਨਖਾਹਦਾਰ ਵੋ ਵੱਡੋ ਕਹਾਵੈ।
ਅੰਮ੍ਰਿਤ ਵੇਲੇ ਜਿਹੜਾ ਸਿੱਖ ਗੁਰੂ ਕੀ ਸੰਗਤ ਵਿੱਚ ਨਹੀਂ ਜਾਂਦਾ, ਮਹਾਰਾਜ ਕਹਿੰਦੇ ਉਹ ਵੱਡਾ ਦੋਸ਼ੀ ਅਖਵਾਉਂਦਾ, ਗੁਨਾਹਗਾਰ ਆ। ਮਹਾਰਾਜ ਦਾ ਹੁਕਮ ਹੈ ਬਦਲਣਾ ਨਹੀਂ। ਸਤਿਗੁਰਾਂ ਨੇ ਪਾਵਨ ਗੁਰਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਇਹ ਗੱਲ ਸਮਝਾਈ ਹੈ ਕਿ ਸੰਗਤ ਕਰਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਤੇ ਸੰਗਤ ਤੋਂ ਬਿਨਾਂ ਸਾਡਾ ਜੀਵਨ ਬਦਲ ਨਹੀਂ ਸਕਦਾ। ਤੇ ਨਾਲ ਪਾਤਸ਼ਾਹ ਜੀ ਨੇ ਇਹ ਵੀ ਸਮਝਾਇਆ ਹੈ ਕਿ ਜਦੋਂ ਸੰਗਤ ਵਿੱਚ ਆਈਏ ਤੇ ਭਟਕਦਾ ਹੋਇਆ ਮਨ ਟਿਕਾਣੇ ਆ ਜਾਂਦਾ, ਸਥਿਤ ਹੋ ਜਾਂਦਾ। ਸਾਧ ਸਤ ਸੰਗਤ ਪਾਈ ਵੱਡ ਭਾਗੀ, ਮਨ ਚਲਤਉ ਭਇਓ ਅਰੂੜਾ। ਮਹਾਰਾਜ ਕਹਿੰਦੇ ਵੱਡੇ ਭਾਗਾਂ ਨਾਲ ਜਦੋਂ ਰੱਬ ਦੇ ਪਿਆਰਿਆਂ ਦੀ, ਸਤਿਗੁਰਾਂ ਦੀ ਸੰਗਤ ਪ੍ਰਾਪਤ ਕੀਤੀ, ਕਹਿੰਦੇ ਚੰਚਲ ਮਨ ਵੀ ਟਿਕ ਗਿਆ, ਜਿਹੜਾ ਅੱਗੇ ਟਿਕਦਾ ਹੀ ਨਹੀਂ ਸੀ, ਪਰ ਗੁਰੂ ਕੀ ਸੰਗਤ ਵਿੱਚ ਆ ਕਰਕੇ ਟਿਕ ਗਿਆ। ਇਸੇ ਕਰਕੇ ਪਾਤਸ਼ਾਹ ਬਚਨ ਕਰਦੇ ਨੇ, ਸੰਗਤ ਕੋ ਗੁਣ ਬਹੁਤ ਅਧਿਕਾਈ, ਪੜ੍ਹ ਸੂਆ ਗਣਕ ਉਧਾਰੇ। ਮਾਰੇ ਕਹਿੰਦੇ ਸੰਗਤ ਕਰਨ ਦਾ ਗੁਣ ਬਹੁਤ ਵੱਡਾ ਹੈ। ਜੇ ਵੇਖਣਾ ਹੈ ਤੇ ਗੁਰਬਾਣੀ ਪੜ੍ਹ ਕੇ ਵੇਖ। ਸੰਗਤ ਕੀਤੀ ਗਣਕਾਂ ਨੇ, ਤੋਤੇ ਨੂੰ ਰਾਮ ਨਾਮ ਜਪਾਉਂਦਿਆਂ ਹੋਇਆਂ ਹੀ ਤਰ ਗਈ। ਪੜ੍ਹ ਸੂਆ ਗਣਕ ਉਧਾਰੇ। ਸੂਆ ਦਾ ਅਰਥ ਤੋਤਾ ਹੈ, ਗਣਕ ਦਾ ਅਰਥ ਹੈ ਗਣਕਾ, ਜਿਹਦਾ ਗੁਰਬਾਣੀ ਵਿੱਚ ਬਹੁਤ ਵਾਰ ਜ਼ਿਕਰ ਆਇਆ। ਗਣਕਾ ਉਧਰੀ ਹਰ ਕਹੈ ਤੋਤ, ਤੋਤੇ ਨੂੰ ਰਾਮ ਰਾਮ ਜਪਾਉਂਦੇ ਹੀ ਤਰ ਗਏ। ਕੋਈ ਜਪੇ ਤਾਂ ਸਹੀ। ਇੱਥੇ ਗੁਰਮਤਿ ਦੀ ਸੋਝੀ ਨੂੰ ਬੜੀ ਬਰੀਕੀ ਨਾਲ ਸਮਝਣਾ ਪੈਂਦਾ ਹੈ, ਤੇ ਗੁਰਮਤਿ ਦੀ ਸੋਝੀ ਉਹ ਹੁੰਦੀ ਜੋ ਗੁਰੂ ਸਾਹਿਬ ਨੇ ਕਹੀ ਹੈ। ਜਿਹੜੀਆਂ ਅਸੀਂ ਆਪਣੀਆਂ ਗੱਲਾਂ ਕਰੀ ਜਾਈਏ ਉਹ ਗੁਰਮਤਿ ਦੀ ਸੋਝੀ ਨਹੀਂ ਹੁੰਦੀ। ਹੁਣ ਜਦੋਂ ਅਸੀਂ ਆਪਣੀਆਂ ਗੱਲਾਂ ਕਰਦੇ ਨਾ, ਲੋਕਾਂ ਨੂੰ ਬੜੀਆਂ ਸਮਝ ਆਉਂਦੀਆਂ, ਕਿਉਂਕਿ ਸਾਡਾ ਦਿਮਾਗ ਉੱਥੇ ਕਿ ਖੜਾ ਹੁੰਦਾ ਨਾ। ਤੇ ਜਿਹੜੀਆਂ ਗੁਰਮਤਿ ਦੀਆਂ ਗੁੱਝੀਆਂ ਰਮਜਾਂ ਨੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ, ਉਹਨੂੰ ਸਮਝਣ ਵਾਸਤੇ ਸਿਮਰਨ ਦੀ ਲੋੜ ਪੈਂਦੀ, ਸਾਨੂੰ ਅਵਸਥਾ ਬਣਾਉਣੀ ਪੈਂਦੀ, ਫਿਰ ਸਮਝ ਪੈਂਦੀ ਹੈ। ਤੇ ਗੱਲਾਂ ਬਾਤਾਂ ਜੀਆਂ ਕੋਈ ਪ੍ਰਚਾਰਕ ਕਰੇ ਉਹ ਬੜੀਆਂ ਚੰਗੀਆਂ ਲੱਗਦੀਆਂ, ਕਿਉਂਕਿ ਉਹ ਸਾਡੇ ਲੈਵਲ ਦੀਆਂ ਹੁੰਦੀਆਂ ਨਾ। ਅਸੀਂ ਵੀ ਗੱਲਾਂ ਬਾਤਾਂ ਕਰਨ ਵਾਲੇ ਤੇ ਉਹ ਸੁਣਾਉਣ ਵਾਲਾ ਵੀ ਗੱਲਾਂ ਬਾਤਾਂ ਵਾਲਾ ਹੋ ਗਿਆ, ਤੇ ਅਸੀਂ ਵਾਹ ਵਾਹ ਕਰ ਉੱਠਦੇ ਵੀ ਹਾਂ ਬਹੁਤ ਵਧੀਆ। ਨਹੀਂ, ਅਸਲ ਵਿੱਚ ਸਤਿਗੁਰਾਂ ਦੇ ਬੋਲ ਹੀ ਕਿਸੇ ਦਾ ਜੀਵਨ ਬਦਲ ਸਕਦੇ ਹੈ। ਸਾਡੀਆਂ ਗੱਲਾਂ ਨੇ ਕਿਸੇ ਦਾ ਜੀਵਨ ਨਹੀਂ ਬਦਲਣਾ। ਜੇ ਸਾਡੀਆਂ ਗੱਲਾਂ ਨੇ ਕੁਝ ਸਵਾਰਨਾ ਹੈ ਤੇ ਫਿਰ ਸਤਿਗੁਰਾਂ ਨੂੰ ਬਾਣੀ ਦੀ ਲੋੜ ਨਹੀਂ ਸੀ। ਬਾਣੀ ਨੇ ਹੀ ਸਾਡਾ ਜੀਵਨ ਸਵਾਰਨਾ ਹੈ। ਗੁਰਬਾਣੀ ਤੋਂ ਬਿਨਾਂ ਖੇਡ ਨਹੀਂ ਬਣਨੀ। ਅੱਜ ਬਹੁਤਾਤ ਵਿਦਵਾਨ ਗੱਲਾਂ ਬਾਤਾਂ ਬਹੁਤ ਕਰਦੇ ਨੇ, ਗੁਰਬਾਣੀ ਦੀ ਗੱਲ ਬਹੁਤ ਘੱਟ ਕਰਦੇ ਨੇ। ਆਪਣੀਆਂ ਵਿਚਾਰਾਂ ਦਈ ਜਾਣਗੇ, ਆਪਣੀ ਈਰਖਾ ਬਿਆਨ ਕਰੀ ਜਾਣਗੇ, ਪਰ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ ਕਿਤੇ ਨੇੜੇ ਨਹੀਂ ਦਿਸਦੀ। ਤੇ ਸੁਣਨ ਵਾਲੇ ਕਰੀ ਜਾਣਗੇ ਵਾਹ ਵਾਹ। ਹੁਣ ਅੱਜ ਪ੍ਰਚਾਰਕ ਕਿੰਨੇ ਆ? ਪਹਿਲਾਂ ਪ੍ਰਚਾਰਕ ਥੋੜ੍ਹੇ ਹੁੰਦੇ ਸੀ, ਪ੍ਰਚਾਰ ਦੇ ਸਾਧਨ ਵੀ ਥੋੜ੍ਹੇ ਸੀ। ਅੱਜ ਤਾਂ ਪਿੰਡ ਪਿੰਡ ਪ੍ਰਚਾਰ ਹੋ ਰਿਹਾ ਹਰ ਥਾਂ, ਪਰ ਸਿੱਖੀ ਘਟਦੀ ਕਿਉਂ ਜਾਂਦੀ? ਕਦੀ ਸੋਚਿਆ ਵੀ ਪ੍ਰਚਾਰ ਵੱਧ ਜਾਵੇ ਤੇ ਸਿੱਖੀ ਘਟ ਜਾਵੇ, ਤੇ ਕਾਰਨ ਸਮਝਣਾ ਪਊਗਾ ਨਾ। ਜਦੋਂ ਪ੍ਰਚਾਰਕ ਘੱਟ ਸੀ ਉਦੋਂ ਸਿੱਖੀ ਵੱਧਦੀ ਸੀ, ਹੁਣ ਪ੍ਰਚਾਰਕ ਵੱਧ ਗਿਆ ਤੇ ਸਿੱਖੀ ਘਟਦੀ ਜਾ ਰਹੀ ਹੈ। ਕਾਰਨ ਕੀ ਹੈ? ਅਸਲ ਵਿੱਚ ਜਦੋਂ ਪ੍ਰਚਾਰਕ ਘੱਟ ਸੀ ਉਦੋਂ ਪ੍ਰਚਾਰਕ ਉਹ ਹੁੰਦੇ ਸੀ ਜਿਹੜੇ ਜੀਵਨ ਵਾਲੇ ਸਨ। ਭਾਵੇਂ ਘੱਟ ਸੀ ਪਰ ਉਹ ਆਪ ਕਮਾਈ ਵਾਲੇ ਸਨ। ਤੇ ਤੁਸੀਂ ਪੁਰਾਤਨ ਪ੍ਰਚਾਰਕਾਂ ਨੂੰ ਸੁਣ ਕੇ ਵੇਖ ਲਓ, ਉਹ ਗੁਰਬਾਣੀ ਦੇ ਦਾਇਰੇ ਤੋਂ ਬਾਹਰ ਨਹੀਂ ਸੀ ਜਾਂਦੇ। ਭਾਵੇਂ ਮਸਕੀਨ ਜੀ ਨੂੰ ਸੁਣ ਲਓ, ਭਾਵੇਂ ਗਿਆਨੀ ਵਾਣ ਸਿੰਘ ਚੌਰ ਨੂੰ ਸੁਣ ਲਓ, ਜਿਹੜੇ ਸਰੀਰ ਤਿਆਗ ਚੁੱਕੇ। ਅਨੇਕਾਂ ਪ੍ਰਚਾਰਕ ਉਹ ਗੁਰਬਾਣੀ ਦੀ ਗੱਲ ਕਰਦੇ ਸਨ, ਗੁਰ ਇਤਿਹਾਸ ਦੇ ਬਚਨ ਸੁਣਾਉਂਦੇ ਸਨ। ਤੇ ਜਿਹੜਾ ਗੁਰ ਇਤਿਹਾਸ ਹੈ, ਸਿੱਖ ਇਤਿਹਾਸ ਹੈ, ਗੁਰਬਾਣੀ ਦੀ ਵਿਚਾਰ ਹੈ, ਉਹ ਸਾਡੇ ਜੀਵਨ ਨੂੰ ਬਦਲਦੀ ਹੈ। ਜਿਹੜੇ ਸਾਡੇ ਨਿੱਜੀ ਵਿਚਾਰ ਜਿਹੜੇ ਆ, ਚਲੋ ਇੱਕ ਵਾਰ ਤੇ ਕਿਸੇ ਨੂੰ ਹਲੂਣਾ ਜਾ ਦੇ ਕੇ ਬਦਲ ਦਿੰਦੇ ਆ, ਬਾਅਦ ਵਿੱਚ ਉਹ ਪੱਕਾ ਨਹੀਂ ਰਹਿੰਦਾ।
ਇੱਕ ਵਾਰ ਉੜਦੀ ਹਵਾ 'ਚ ਹਰ ਕੋਈ ਆ ਜਾਂਦਾ ਹੈ ਵੀ ਅੰਮ੍ਰਿਤ ਛਕ ਲਈਏ, ਪਰ ਜਿੰਨਾ ਚਿਰ ਗੁਰਬਾਣੀ ਦੀ ਸੱਟ ਨਹੀਂ ਨਾ ਵੱਜੀ ਗੁਰਮੁਖੋ, ਓਨਾ ਚਿਰ ਪੱਕੇ ਨਹੀਂ ਹੋਣਾ, ਕੱਚੇ ਹੀ ਰਹਿ ਜਾਵਾਂਗੇ। ਸਾਡੇ ਬਚਨਾਂ ਨਾਲ ਹੋ ਸਕਦਾ ਅਸੀਂ ਇਹੋ ਜਿਹਾ ਬਚਨ ਕਹਿ ਦਈਏ ਕਿਸ ਨੂੰ ਸੱਟ ਵੱਜ ਜਾਵੇ, ਕੋਈ ਬਦਲਣ ਦਾ ਯਤਨ ਕਰੇ, ਪਰ ਉਹ ਫਿਰ ਕੱਚਾ ਰਹੂਗਾ ਜਿਹੜਾ ਸਾਡੇ ਬਚਨਾਂ ਨਾਲ ਬਦਲੂਗਾ। ਪਰ ਜਿਹੜਾ ਗੁਰੂ ਦੇ ਬਚਨਾਂ ਨਾਲ ਬਦਲਿਆ ਨਾ, ਉਹ ਕਦੀ ਕੱਚਾ ਨਹੀਂ ਰਹੂਗਾ, ਉਹ ਪੱਕਾ ਹੋ ਜਾਊਗਾ। ਪੁਰਾਤਨ ਸਮੇਂ ਵਿੱਚ ਜਿੰਨੇ ਵੀ ਸਿੱਖ ਸਨ ਉਹ ਗੁਰੂ ਦੇ ਬਚਨਾਂ ਨਾਲ ਬਦਲੇ, ਤੇ ਜਿਹੜੇ ਗੁਰੂ ਦੇ ਬਚਨਾਂ ਨਾਲ ਬਦਲ ਗਏ ਉਹਨਾਂ ਦਾ ਬੰਦ ਤਾਂ ਕੱਟਿਆ ਗਿਆ, ਖੋਪਰ ਤਾਂ ਲੈ ਗਿਆ, ਪਰ ਉਹ ਗੁਰੂ ਵਾਲਾ ਪਾਸਾ ਨਹੀਂ ਜੀ ਛੱਡਿਆ ਉਹਨੇ। ਇੱਕ ਵੀ ਸਿੱਖ ਵਿਖਾ ਦਿਓ ਜਿਹਨੇ ਗੁਰੂ ਦਾ ਬਚਨ ਨਾ ਮੰਨਿਆ, ਬਚਨ ਛੱਡ ਦਿੱਤਾ ਹੋਇਆ। ਦੁਨੀ ਚੰਦ ਤੇ ਗੰਗੂ ਨੂੰ ਛੱਡ ਕੇ ਇੱਕ ਵੀ ਵਿਖਾਓ ਜਿਹੜਾ ਸਿੱਖ ਸਤਿਗੁਰਾਂ ਨੂੰ ਛੱਡ ਗਿਆ ਹੋਵੇ। ਹਾਲਾਂਕਿ ਉਹ ਤੇ ਅਜੇ ਸਿੱਖ ਹੀ ਨਹੀਂ ਸੀ ਬਣੇ, ਰਹਿੰਦੇ ਸਨ, ਸਿੱਖੀ ਨਹੀਂ ਧਾਰਨ ਕੀਤੀ, ਤਾਂ ਹੀ ਡੋਲ ਗਏ ਨਾ। ਗੁਰੂ ਦੇ ਬਚਨ ਉਹਨਾਂ ਮੰਨੇ ਨਹੀਂ ਸੀ, ਜੇ ਮੰਨੇ ਹੁੰਦੇ ਤਾਂ ਫਿਰ ਡੋਲਦੇ ਨਹੀਂ ਸੀ। ਜਿਨ੍ਹਾਂ ਨੇ ਮੰਨੇ, ਭਾਈ ਬਚਿੱਤਰ ਸਿੰਘ ਨੇ ਮੰਨਿਆ, ਵੇਖੋ ਸ਼ਹੀਦ ਹੋ ਗਿਆ ਗੁਰੂ ਸਾਹਿਬ ਵਾਸਤੇ। ਹਾਥੀ ਨਾਲ ਮੁਕਾਬਲਾ ਵੀ ਕੀਤਾ ਉਹਨੇ, ਹਾਥੀ ਵੀ ਮਾਰ ਮੁਕਾਇਆ, ਅੱਗੇ ਜਾ ਕੇ ਜੰਗ ਵਿੱਚ ਸ਼ਹੀਦ ਵੀ ਹੋਇਆ, ਬਾਅਦ ਵਿੱਚ ਜਦੋਂ ਪਾਤਸ਼ਾਹ ਨੇ ਕਿਲ੍ਹਾ ਛੱਡਿਆ। ਸੋ ਜਿੰਨੇ ਵੀ ਸਿੱਖ ਸਨ ਉਹਨਾਂ ਨੇ ਬੰਦ ਕਟਵਾ ਲਿਆ, ਆਪਣਾ ਜੀਵਨ ਗੁਰੂ ਤੋਂ ਨਿਸ਼ਾਵਰ ਕਰ ਦਿੱਤਾ, ਪਰ ਟੁੱਟੇ ਨਹੀਂ। ਸਰਕਾਰ ਨੇ ਤੋੜਨ ਵਾਸਤੇ ਇੰਨੇ ਯਤਨ ਕੀਤੇ ਕਿ ਬੀਬੀਆਂ ਭੈਣਾਂ ਨੂੰ ਸਵਾ ਮਣ ਦੇ ਪੀਸਣ ਵਾਸਤੇ ਦਿੱਤੇ, ਖੰਨੀ ਰੋਟੀ ਤੇ ਗੁਜ਼ਾਰਾ ਕਰਨਾ ਪਿਆ। ਮੀਰ ਮੰਨੂ ਦੀ ਜੇਲ੍ਹ ਵਿੱਚ ਗਿੱਲੇ ਪੀਣੇ ਪਏ ਤੇ ਕੁੱਛੜ ਚੁੱਕ ਕੇ ਬਾਲ ਵਿਲਕਦੇ ਸਨ, ਕਿਉਂਕਿ ਜਦੋਂ ਮਾਂ ਹੁਣ ਕੋਈ ਦੁੱਧ ਨਹੀਂ ਪੀਵੇਗੀ, ਪ੍ਰਸ਼ਾਦਾ ਨਹੀਂ ਛਕੇਗੀ, ਤੇ ਉਹ ਦੁੱਧ ਬੱਚੇ ਨੂੰ ਕਿੱਥੋਂ ਦੇਵੇਗੀ? ਖੁਰਾਕ ਨਾਲ ਹੀ ਦੁੱਧ ਆਉਣਾ ਨਾ। ਉਹ ਬੱਚੇ ਵਿਲਕਦੇ ਸਨ, ਪਰ ਫਿਰ ਵੀ ਸਿੱਖੀ ਨਾਲੋਂ ਟੁੱਟੇ ਨਹੀਂ ਉਹ। ਇੱਥੋਂ ਤੱਕ ਕਿ ਜਿਹੜੀਆਂ ਗਰਭਵਤੀ ਭੈਣਾਂ ਸਨ ਉਹਨਾਂ ਦੇ ਪੇਟ ਦੇ ਉੱਪਰ ਪੱਥਰ ਰੱਖ ਕਰਕੇ ਉਹਨਾਂ ਦੇ ਬੱਚੇ ਪੇਟ ਦੇ ਵਿੱਚ ਹੀ ਮਾਰ ਦਿੱਤੇ ਗਏ। ਫਿਰ ਵੀ ਉਹਨਾਂ ਭੈਣਾਂ ਨੇ ਸਿੱਖੀ ਸਿਦਕ ਨਹੀਂ ਹਾਰਿਆ। ਕਿਉਂ ਨਹੀਂ ਹਾਰਿਆ? ਉਹ ਸਿੱਖੀ ਕਿਹੜੀ ਸੀ? ਅੱਜ ਕਿਉਂ ਨਹੀਂ ਉਹ? ਕਿਉਂਕਿ ਉਹ ਸਿੱਖੀ ਸੀ ਗੁਰੂ ਦੇ ਬਚਨਾਂ ਵਿੱਚੋਂ ਨਿਕਲੀ ਹੋਈ ਹੈ। ਉਹ ਸਿੱਖੀ ਸੀ ਗੁਰਬਾਣੀ ਵਿੱਚੋਂ ਪੈਦਾ ਹੋਈ, ਉਸ ਗੱਲਾਂ ਚੋਂ ਨਹੀਂ ਪੈਦਾ ਹੋਈ, ਉਹ ਗੁਰਬਾਣੀ ਵਿੱਚੋਂ ਪੈਦਾ ਹੋਈ ਸੀ, ਉਹ ਇਤਿਹਾਸ ਵਿੱਚੋਂ ਪੈਦਾ ਹੋਈ ਸੀ। ਬੱਚਿਆਂ ਦੇ ਸਾਹਮਣੇ ਮਾਂ ਦੇ ਟੋਟੇ ਕਰਦੇ ਗੁਰਮੁਖੋ, ਮਾਂ ਦੇ ਸਾਹਮਣੇ ਤੇ ਬੱਚੇ ਦੀ ਲਾਸ਼ ਆਵੇ ਤੇ ਮਾਂ ਉਲਟ ਕੇ ਡਿੱਗਦੀ ਹੈ, ਗੱਛਾਂ ਪੈਂਦੀਆਂ, ਮਾਂ ਆਪਣੇ ਆਪ ਨੂੰ ਸੰਭਾਲਦੀ ਨਹੀਂ। ਪਰ ਉਹ ਮਾਵਾਂ ਕਿਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਦੇ ਸਾਹਮਣੇ ਉਹਨਾਂ ਦਾ ਬੱਚਾ ਉਹਨਾਂ ਦੇ ਕੋਲੋਂ ਖੋਹ ਕਰਕੇ ਆਕਾਸ਼ ਵੱਲ ਨੂੰ ਸੁੱਟਿਆ ਤੇ ਥੱਲੇ ਨੇਜਾ ਕਰ ਦੇਣਾ, ਤੇ ਜਿਉਂਦਾ ਬੱਚਾ ਨੇਜੇ ਵਿੱਚ ਪਰੋਇਆ ਜਾਣਾ, ਬੱਚਾ ਤੜਫਣਾ, ਤੇ ਮਾਂ ਫਿਰ ਵੀ ਕਹਿ ਰਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਕਿਹੜੀ ਮਾਂ ਹੋਊਗੀ? ਉਹ ਕੀ ਸੀ? ਸਮਝਣਾ ਪਵੇਗਾ ਨਾ। ਅੱਜ ਵੀ ਮਾਵਾਂ ਹੈਗੀਆਂ, ਦੇਖਦੇ ਹਾਂ ਆਪਾਂ ਰੋਜ਼ ਘਟਨਾਵਾਂ ਵਾਪਰਦੀਆਂ। ਜਦੋਂ ਕਿਸੇ ਮਾਂ ਦਾ ਬੱਚਾ ਚੜ੍ਹਾਈ ਕਰ ਜਾਵੇ ਉਸ ਮਾਂ ਦਾ ਕੀ ਹਾਲ ਹੁੰਦਾ ਇਹ ਸਾਰੇ ਜਾਣਦੇ ਆਪਾਂ। ਪਰ ਉਹ ਮਾਵਾਂ ਕਿਹੋ ਜਿਹੀਆਂ ਸਨ? ਅਕਸਰ ਤੇ ਉਹਨਾਂ ਦੇ ਅੰਦਰ ਵੀ ਦਿਲ ਸੀ, ਪੱਥਰ ਦਿਲ ਤੇ ਹੈ ਨਹੀਂ ਉਹ, ਜਿਨ੍ਹਾਂ ਦੇ ਸਾਹਮਣੇ ਬੱਚੇ ਆਕਾਸ਼ ਵੱਲ ਸੁੱਟਣੇ ਜਿਉਂਦੇ। ਪਹਿਲੀ ਗੱਲ ਤਾਂ ਨੇਜਾ ਤੇ ਬੜੀ ਦੂਰ ਦੀ ਗੱਲ, ਉੱਦਾਂ ਹੀ ਕਿਸੇ ਦੇ ਬੱਚੇ ਨੂੰ ਖੋਹ ਕੇ ਸੁੱਟੀਏ ਤੇ ਉਹਦੇ ਦਿਲ ਨੂੰ ਹੌਲ ਪੈਂਦਾ ਵੀ ਮੇਰੇ ਬੱਚੇ ਨੂੰ ਪਤਾ ਨਹੀਂ ਕੀ ਹੋ ਜਾਣਾ। ਇੱਕ ਉੱਪਰ ਨੂੰ ਸੁੱਟਣਾ, ਫਿਰ ਥੱਲੇ ਤਿੱਖਾ ਨੇਜਾ ਕਰ ਦੇਣਾ ਜਿਹਦੇ ਵਿੱਚ ਬੱਚੇ ਨੇ ਪਰੋਏ ਜਾਣਾ ਤੇ ਅੱਖਾਂ ਦੇ ਸਾਹਮਣੇ ਤੜਫਣਾ। ਇੱਥੇ ਬਸ ਨਹੀਂ, ਫਿਰ ਉਹਨਾਂ ਬੱਚਿਆਂ ਨੂੰ ਤੜਫਦਿਆਂ ਹੋਇਆਂ ਨੂੰ ਮਾਂ ਦੀਆਂ ਅੱਖਾਂ ਦੇ ਸਾਹਮਣੇ ਛੋਟੇ ਟੋਟੇ ਕਰਨੇ ਉਹਦੇ ਤੜਫਦੇ ਬੱਚੇ ਦੇ। ਇੱਥੇ ਹੀ ਬਸ ਨਹੀਂ, ਫਿਰ ਉਹਨਾਂ ਬੱਚਿਆਂ ਦੀਆਂ ਆਂਦਰਾਂ ਕੱਢ ਕਰਕੇ ਉਹਨਾਂ ਦੇ ਵਿੱਚ ਉਹਨਾਂ ਬੱਚਿਆਂ ਦੇ ਟੁਕੜੇ ਪਰੋ ਕਰਕੇ ਮਾਵਾਂ ਦੇ ਗਲਾਂ 'ਚ ਪਾ ਦਿੰਦੇ। ਛੋਟੀ ਜਿਹੀ ਗੱਲ ਨਹੀਂ, ਆਪਾਂ ਸੁਣ ਲੱਗਿਆਂ ਕੰਬ ਜਾਂਦੇ ਹਾਂ, ਪੜ੍ਹਨ ਲੱਗਿਆਂ ਕੰਬ ਜਾਂਦੇ ਹਾਂ, ਤੇ ਜਿਨ੍ਹਾਂ ਨਾਲ ਵਾਪਰਿਆ ਉਹਨਾਂ ਦਾ ਕੀ ਹਾਲ? ਉਹ ਕਿਹੋ ਜਿਹੀ ਸਿੱਖੀ ਸੀ? ਉਹ ਕਿਹੋ ਜਿਹਾ ਜੀਵਨ ਸੀ? ਅੱਜ ਕਿਉਂ ਨਹੀਂ ਦਿਸਦਾ? ਕਾਰਨ ਕੀ ਹੈ? ਅੱਜ ਸੁਣਾਉਣ ਵਾਲੇ ਦਾ ਜੀਵਨ ਵੀ ਖਤਮ ਹੈ ਤੇ ਸੁਣਾਉਣ ਵਾਲਾ
गुरु की गल भी सुनाउणों गया। गिणती जरूर वधी फिरदी है, जिहदे मगर 4 लोग हुंदे वो रौला पाई जांदा कि मैं ही वड्डा प्रचारक हाँ, पर गिणती करदी की है, सिੱਖੀ गई कित्थे है, वो तो लभदी नहीं जिहड़ी गुरु साहब ने बख्शिश कीती है। अक्सर तो वो भी गुरु साहब तो बाद ही हुई है, वो सिੱਖੀ जिहड़े सतगुरु साहब जी जदों शरीर रूप दे विच सन उदों दी गल नहीं गी, वो बाद दीयां गल्लां है। जदों महाराज ने गुरता गद्दी गुरु ग्रंथ साहब नूं दे दित्ती है ते अपना स्वरूप भी अलोप कर लिया है, ये तो बाद दे बचन ने, बाद दीयां खेडां ने जिहड़ियां ਸਿੰਘਾਂ ਸਿੰਘਣੀਆਂ दे नाल ऐसा होया। अक्सर तो उदों भी प्रचारक ही प्रचार करते सन, गुरु के सिख प्रचारक सन जिन्हां ने उन्हां नूं तैयार कीता। ऐसे सिख ध्यान देना, इसनूं समझण दा यत्न करियो। अज खेड साडे हत्थों तां जांदी पई है कि अपनी भावना नहीं सुनाउण वाली। गुरु तेग बहादुर पातशाह जी दे जीवन विचों एक प्रसंग मिलदा है कि सतगुरु पातशाह जी जदों पूर्व की धरती वाल गए ने जीवां दी कल्याण करन वास्ते, पिंडां पिंडां विच दी कलगीधर पातशाह ने लिखिया भी मोर पित पूर्व कीअस पयाना, भांत भांत की तीर्थ नाना, जब ही जात तरबेणी भये, पुन्न दान दिन करत बिताए, तही प्रकाश हमारा भयो, पटना शहर बिखै भव लयो। ਜਦੋਂ पूर्व की यात्रा की तो महाराज पिंडां पिंडां विच दी विचरदियां होया, निहाल करदियां होया तरबेणी की धरती ते पहुँचे। तरबेणी तो अगे महाराज कांची गए, कांची तो अगे महाराज चलदियां चलदियां मिर्जापुर गए। मिर्जापुर तो अगे पिंड आउंदा ससराम, ससराम की धरती ते पहुँची। ससराम एक सिख रहिंदा सी जिहदा नाम विद्वानां ने लिखिया चाचा फग्गो। बड़ा प्यारा गुरसिख सी। ये चाचा शब्द कई बार लग जाता है, पिंड दे विच हुंदा किसी नाल मामा शब्द लग जाता, किसी नाल चाचा, वो फिर सारा पिंड ही उन्होंने मामा कहन लग पैंदा जां चाचा कहन लग पैंदा। ये कई बार ऐसे शब्द किसी नाल पक्के जुड़ जाते हैं, सारा पिंड ही फिर उन्होंने मामा ही कहूगा, भावें वो किसी का लगता मामा भावें नहीं लगता, पर शब्द जो नाल जुड़ जाए उदों फिर सारे उन्होंने मामा कहन लग पैंदे। इस तरह चाचा शब्द किसी नाल लग जाए सारा पिंड ही उन्होंने चाचा, वो एक नाम बन जाता। वो चाचा पदवी करके नहीं हुंदा भी जिवें किसी का चाचा हुंदा, पर वो एक नाम नाल ही जुड़ जाता शब्द। इस तरह वो शब्द उन्हों के नाम नाल जुड़िया सी, चाचा फग्गो। ना तो उन्हों का भाई फग्गो ही। उसने घर तैयार किया। जदों घर तैयार किया तो भावना रखी कि सतगुरु पातशाह जी मेरे घर आउणगे। ये नहीं भी आउणगे, ये शब्द वरत्या भी आउणगे, विश्वास सी। ते उसने बाहरला जिहड़ा दरवाजा सी ना बहुत उच्चा रखिया, जिवें आम लोकां ने गेट रखिया सी बाहरला, लोकां दे नीवें नीवें उन्हें दूजियां नालों दुगना वड्डा दरवाजा रखिया, उच्चा रखिया। उत्थों दी संगत ने पुछया, हुण जदों किसी का दरवाजा बहुता वड्डा होवे ते मन विच सवाल खड़ा ही हो जाता ना भी बाकियां ने तो निक्के निक्के रखे, भी तुसीं एडा वड्डा क्यों रखिया। संगत ने भाई फग्गो नूं पुछया भी आ सारे दरवाजे नीवें ने, तुसीं एडा उच्चा दरवाजा क्यों रखिया। मैं गल की कर लगा है कि जदों कोई प्रचारक सही रूप में गुरु की गल सुनाउंदा ना तो उदों सुनने वाला भी गुरु नाल जुड़ जाता है, तो जुड़दा भी पक्के तौर पर। संगत ने पूछा भी एडा दरवाजा क्यों रखिया है, तो भाई फग्गो ने फिर दसिया है कि मैं ये नवा घर बनाउण लगिया परण कीता है भी मेरे सतगुरु जी इस घर विच आउणगे, चरण पाउणगे। ते मेरी इच्छा ये है भी सतगुरु जी शस्त्र बस्त्र सजा करके घोड़े ते चढ़े चढ़ाते ही उतरना, चढ़े चढ़ाए मेरे घर विच आउण,
ਤਾਂ मैं दरवाज़ा वड्डा रखिया है कि महाराज नूं बाहर उतरना ना पवे। महाराज चढ़े चढ़ाए घोड़े ते अंदर लंघ आउण ते मेरे घर अंदर आ करके घोड़े तो उतर करके सीधा संघासन ते बैठ जाण। हुण वेखो भावना, अजकल दे प्रचारक ने आखना है जी ये तो पखंड है। सिख दी भावना वेखो, गुरु वास्ते दरवाज़ा किड्डा उच्चा रखिया। अते फिर दसिया है कि संगत जी मैनू पक्का विश्वास है कि मेरे पातशाह आउणगे अते इदां ही आउणगे, मेरे घर चरण पाउणगे। जदों भाई साहब दे कोलों ही वचन सुने ना, कहंदे संगत विचों अद्धियों ज़्यादा ते उदों ही सिख बन गए सुणदियां सारी। हालांकि कोई स्टेज ते प्रचार नहीं किया, सिर्फ संगत विच इदां ही आम वचन जिवें करीदा वचन कीता है, पर गुरु की भावना वाला वचन सी, शरधा वाला सी। अद्धियां ने ते उदों ही सिक्खी धारण कर लई ते जिथे भाई फग्गो डीकदा पिया ना गुरु साहब नूं, हुण सारी संगत भी उत्थे चौंकड़ा मार के बैठ गई, कहण लगे आपां भी इत्थे ही रहना, गुरु साहब नूं उड़ीकना है। भावना बन गई ना सारिਆਂ ਦੀ। इहो जिहा प्रचारक होवे ते किसी की भावना बना दिंदा। फिर उड़ीकदे पए ने, मेरे पातशाह चल करके गए। नेड़े जदों पहुंचे तो बाकी संगतां नूं ते परिवार नूं रोक दिता। महाराज कहंदे असीं अगे जाना, छेती तुसीं हौली हौली आई जाओ। महाराज ने घोड़ा भजाया, शस्त्रां बस्त्रां दे समेत ही हथ विच धनक पकड़िया होया, शस्त्र सजाए हुए, गल विच तेग पैनी हुई है, कलगी सजाई हुई गुरु तेग बहादुर पातशाह ने। उच्चा लम्मा कद है मेरे पातशाह जी ते दरवाज़ा वड्डा सारा है। उदा ही महाराज वेड़े में चले गए। वेड़े च जा घोड़ा खिलारिया, लोग वेख के हैरान भी ये कौन, कित्थों आ गया, भी आकाश तो आ गया कोई। उस वेले नूरी चेहरा सतगुरां दा भाई फग्गू अंदरों बाहर आया। देखिया भी ये कौन, पहला दर्शन नहीं सी कीते कदी गुरु तेग बहादुर पातशाह, पछाण भी नहीं सी भी किहो जिहा स्वरूप है। पर अंदरला प्रेम खिच के सतगुरां दे कोल लई आउंदा। बहुत वधिया, जिहड़ा प्रेम सतगुरु नाल सी ते सतगुरु वाल अपने आप खिचे आ रहे, सतगुरां वाल देखी जा रहा है। मारे कहंदे भाई फग्गो पहलां तू सानू चेते करदा रहा है, प्रेम नाल खिच के सानू इत्थे बुलाया है, इन्ना भी तू सोचिया नहीं भी इन्नी दूर दा मार्ग महाराज नूं एड्डी दूर लियाउणा। उदों तू परण कर दिता संगत विच मेरे पातशाह आउणगे। जदों इन्ना वचन सुनिया है तो दौड़ करके सतगुरां दे चरण पकड़ लए ने। बड़ा प्रेम दे विच आया, नेत्रां विचों जल वह तुरिया है, गला रुक गया, दर्शन करी जा रहा है। भाई गुरदास जी लिखते ने, सुध की न सुध रही, बुद्ध की न बुद्ध रही, मत मैं ना मत है। ऐसी अवस्था बन गई अपने आप की सुध नहीं रही, बुद्धि भी नहीं रही भी मैं की बोलां ते की ना बोलां। जदों एक तां अपने हंझू उदों आउंदे जदों बंदा दुखी होवे, उदों बंदा रोंदा। एक हंझू हुंदे जदों बंदा बहुता खुश होवे, उदों भी बंदे दी अखां विचों पानी आ जांदा, बहुत ही खुशी होवे। हुण बहुत ही खुशी है, गुरु दे दर्शन होए ते नेत्र भर आए ने। ते जदों बहुत ही खुशी होवे बंदे दा गला भी भर जांदा, बंदे तो बोलिया नहीं जाता, आवाज़ नहीं निकलती, गला भी रुक गया है। कुछ सਮਾं ते भाई फग्गो तो बोलिया ही नहीं गया, दिखी गया, दर्शन करी गया। कुछ समय बाद थोड़ा जा तरवास आया है तो सतगुरां नूं घोड़े तो उतारिया है ते एक पलंगा तैयार किया सी सतगुरां वास्ते, बड़ा सोहना पहला ही तैयार किया होया है। जदों विश्वास होवे उदों सब कुछ तैयार हो जाता। सतगुरां वास्ते पलंगा तैयार किया सी ते उस पलंगे नूं भी रोज़ मत्था टेकदा सी भी मेरे गुरु का पलंगा है, इत्थे मेरे गुरु ने बैठना है। अज तां असीं कह दिंदे पखंड है, गुरमुखो भावना अपनी थां ते पखंड होर होवेगा, ये पखंड नहींगा। कई बार तो उस पलंगे दे कोल बैठ के जदों बाणी पढ़दा सिमरन करदा सी ना भाई फग्गो, ते ओनूं इउं जापदा सी जिवें गुरु तेग बहादुर पातशाह बैठे हुए ने उत्ते,
ਇੰਨੀ ਡੂੰਘੀ ਅਵਸਥਾ 'ਚ ਕਈ ਵਾਰ ਚਲਾ ਜਾਂਦਾ ਸੀ ਅਤੇ ਪਲੰਗੇ ਨੂੰ ਪੂਜਦਾ ਸੀ ਵੀ ਇਹ ਮੇਰੇ ਗੁਰੂ ਦਾ ਹੈ। ਝੱਟ ਉਹ ਪਲੰਗਾ ਡਾਇਆ ਹੈ, ਉੱਪਰ ਸੋਹਣਾ ਵਿਛਾਉਣਾ ਵਿਛਾਇਆ ਹੈ ਅਤੇ ਸਤਿਗੁਰਾਂ ਨੂੰ ਬਿਠਾਇਆ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤਾਂ ਕਰਕੇ ਭਾਈ ਫੱਗੂ ਨੂੰ ਨਵਾਜਿਆ ਹੈ। ਇਹ ਹੈ ਜੀਵਨ ਸਿੱਖ ਦਾ। ਜਦੋਂ ਗੁਰੂ ਪ੍ਰਤੀ ਭਾਵਨਾ ਵਾਲਾ ਜੀਵਨ ਸਿੱਖ ਦਾ ਹੋਵੇਗਾ ਤੇ ਉਸ ਸਿੱਖ ਦੇ ਕਹੇ ਹੋਏ ਬੋਲ ਕਿਸੇ ਦਾ ਜੀਵਨ ਸਵਾਰ ਸਕਦੇ ਨੇ। ਅੱਜ ਜਿੱਥੇ ਭਾਈ ਫੱਗੂ ਦਾ ਘਰ ਸੀ ਨਾ, ਉੱਥੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਵੇਖੋ, ਸਿੱਖ ਦਾ ਘਰ ਅੱਜ ਗੁਰਦੁਆਰਾ ਬਣ ਗਿਆ, ਕਿਉਂਕਿ ਉੱਥੇ ਭਾਵਨਾ ਵਾਲਾ ਸਿੱਖ ਸੀ ਤੇ ਗੁਰੂ ਸਾਹਿਬ ਦੇ ਚਰਨ ਪਏ। ਅੱਜ ਉੱਥੇ ਇੱਕ ਤੀਰਥ ਬਣ ਗਿਆ ਹੈ, ਭਾਵ ਅਸਥਾਨ ਬਣ ਗਿਆ ਸਤਿਗੁਰਾਂ ਦਾ। ਤੇ ਉਦੋਂ ਵੀ ਸੰਗਤਾਂ ਨੇ ਭਾਈ ਫੱਗੂ ਦੇ ਘਰ ਆ ਕਰਕੇ ਸਤਿਗੁਰਾਂ ਦੇ ਦਰਸ਼ਨ ਪਰਸੇ ਭੇਟਾਵਾਂ ਅਰਪਣ ਕੀਤੀਆਂ ਤੇ ਅੱਜ ਵੀ ਉਸ ਘਰ ਦੇ ਵਿੱਚ ਅਨੇਕਾਂ ਸੰਗਤਾਂ ਜਾ ਕੇ ਦਰਸ਼ਨ ਪਰਸਦੀਆਂ ਨੇ। ਸੋ ਇਹ ਹੈ ਜੀਵਨ। ਅੱਜ ਘਾਟ ਕੀ ਹੈ? ਬਸ ਇਹੀ ਹੈ। ਜੇ ਉਹੋ ਜਿਹੇ ਸਿੱਖ ਅੱਜ ਵੀ ਹੋਣ ਭਾਵਨਾ ਵਾਲੇ ਤੇ ਗੁਰਮੁਖ, ਅੱਜ ਵੀ ਸਿੱਖੀ ਉਹੋ ਜਿਹੀ ਪੈਦਾ ਹੋਊਗੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਿੱਖ ਸਨ ਤੇ ਉਹਨਾਂ ਨੇ ਜਿਨ੍ਹਾਂ ਨੂੰ ਤਿਆਰ ਕੀਤਾ, ਕਿਤੇ ਪੜ੍ਹ ਕੇ ਵੇਖੋ ਉਹ ਗੁਰੂ ਵਾਸਤੇ ਕਿਵੇਂ ਕੁਰਬਾਨ ਹੋਏ। ਪਿੱਛੇ ਨਹੀਂ ਹਟੇ ਗੁਰੂ ਤੋਂ। ਧਿਆਨ ਦੇਣਾ, ਜਿਹੜੇ ਉਹਨਾਂ ਨੇ ਤਿਆਰ ਕੀਤੇ ਸੀ ਚੜ੍ਹਦੀ ਕਲਾ ਵਾਲੇ ਸਿੰਘ, ਉਹ ਗੁਰਮੁਖੋ ਕਿਵੇਂ ਗੁਰੂ ਵਾਸਤੇ ਕੁਰਬਾਨ ਹੋਏ ਆ, ਇਹ ਇਤਿਹਾਸ ਦੱਸਦਾ ਹੈ। ਕਿਉਂਕਿ ਜਦੋਂ ਉਹ ਬਚਨ ਜਿੰਨੇ ਵੀ ਸੁਣਾਉਂਦੇ ਸਨ ਸੰਤ ਜਰਨੈਲ ਸਿੰਘ ਦੇ, ਤੁਸੀਂ ਅੱਜ ਵੀ ਲੈਕਚਰ ਵੀ ਹੈਗੇ, ਉਹਨਾਂ ਦੇ ਪ੍ਰਚਾਰ ਵੀ ਹੈਗੇ, ਉਹ ਸੁਣ ਸਕਦੇ। ਸੋ ਗੁਰੂ ਪਿਆਰ ਵਾਲਿਓ, ਉਹ ਗੁਰਬਾਣੀ ਤੋਂ ਬਾਹਰ ਨਹੀਂ ਸੀ ਜਾਂਦੇ। ਗੁਰਬਾਣੀ ਦੇ ਬਚਨ ਸੁਣਾਉਣੇ, ਇਤਿਹਾਸ ਦੇ ਬਚਨ ਸੁਣਾਉਣੇ, ਜਿਹੜੀ ਵੀ ਗੱਲ ਕਰਨੀ ਹੈ ਉਹ ਗੁਰਬਾਣੀ ਦੇ ਆਧਾਰ 'ਤੇ ਇਤਿਹਾਸ ਦਾ ਪ੍ਰਮਾਣ ਦੇ ਕੇ ਗੱਲ ਕਰਨੀ ਹੈ। ਤੇ ਹੁਣ ਤਾਂ ਅੱਜ ਕੱਲ੍ਹ ਦੇ ਵਿਦਵਾਨ ਜਿਹੜੇ ਆ ਉਹ ਗੁਰਬਾਣੀ ਦਾ ਪ੍ਰਮਾਣ ਕੱਟ ਦਿੰਦੇ, ਆਪਦੇ ਬਣਾਏ ਹੋਏ ਦੇ ਜਾਂਦੇ ਆ। ਸੋ ਮੈਂ ਬਚਨ ਕਰ ਰਿਹਾ ਸੀ ਕਿ ਜਿਹੜਾ ਐਸੇ ਗੁਰਸਿੱਖਾਂ ਤੋਂ ਬਾਹਰ ਚਲਾ ਗਿਆ ਉਹ ਇਕੱਲਾ ਰਹਿ ਜਾਵੇਗਾ, ਉਹਦਾ ਜੀਵਨ ਸਵਰੇਗਾ ਨਹੀਂ। ਅੱਜ ਲੋਕ ਜਿੱਧਰ ਗਿਣਤੀ ਹੁੰਦੀ ਉੱਧਰ ਭੱਜ ਕੇ ਜਾਂਦੇ, ਜੀਵਨ ਨਹੀਂ ਵੇਖਦੇ, ਪਰ ਬਾਅਦ ਵਿੱਚ ਜਦੋਂ ਸਮਾਂ ਆਇਆ ਇਕੱਲੇ ਹੀ ਰਹਿ ਜਾਣਾ, ਕਿਸੇ ਨੇ ਬਾਂਹ ਨਹੀਂ ਫੜਨੀ। ਕਿਉਂਕਿ ਗੁਰੂ ਨਾਲ ਤੇ ਜੁੜੇ ਹੀ ਨਹੀਂ, ਉਹ ਤਾਂ ਬੰਦੇ ਨਾਲ ਜੁੜੇ। ਜਿਹੜਾ ਗੁਰੂ ਨਾਲ ਜੁੜਿਆ ਉਹ ਇਕੱਲਾ ਨਹੀਂ ਰਹਿੰਦਾ। ਜਿਹੜਾ ਗੁਰੂ ਨਾਲ ਜੁੜਿਆ ਨਾ, ਉਹ ਇਕੱਲਾ ਨਹੀਂ ਰਹਿੰਦਾ, ਉਹ ਸਦਾ ਹੀ ਉਹਦੇ ਨਾਲ ਗੁਰੂ ਰਹੇਗਾ। ਪਰ ਜਿਹੜਾ ਬੰਦੇ ਨਾਲ ਜੁੜਿਆ ਨਾ ਗੁਰਮੁਖੋ, ਉਹਨੇ ਇਕੱਲਾ ਹੀ ਰਹਿ ਜਾਣਾ, ਕਿਉਂਕਿ ਬੰਦੇ ਨੇ ਸਾਥ ਛੱਡ ਜਾਣਾ ਹੈ। ਬੰਦੇ ਨੇ ਸਾਥ ਨਹੀਂ ਨਿਭਾਉਣਾ, ਸਾਥ ਤਾਂ ਗੁਰੂ ਨੇ ਨਿਭਾਉਣਾ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਸਾਧ ਜਨਾਂ ਤੇ ਬਾਹਰੀ, ਜਿਹੜੇ ਰੱਬ ਦੇ ਪਿਆਰਿਆਂ ਤੋਂ ਗੁਰੂ ਤੋਂ ਬਾਹਰ ਰਹਿ ਗਏ, ਗੁਰੂ ਦੀ ਸੰਗਤ ਤੋਂ ਬਾਹਰ ਚਲੇ ਗਏ, ਬੰਦਿਆਂ ਨਾਲ ਜੁੜ ਗਏ ਵੀ ਜੋ ਬੰਦਾ ਕਹਿੰਦਾ ਹੈ ਉਹਦੇ ਮਗਰ ਲੱਗੀ ਜਾਣਾ ਹੈ, ਜੋ ਸਤਿਗੁਰੂ ਜੀ ਕਹਿੰਦੇ ਉਹ ਨਹੀਂ ਮੰਨਣਾ। ਸੇ ਰਹਿਣ ਅਕੇਲੜੀ ਆਹ, ਮਹਾਰਾਜ ਕਹਿੰਦੇ ਉਹ ਜੀਵ ਰੂਪੀ ਇਸਤਰੀਆਂ ਇਕੱਲੀਆਂ ਰਹਿ ਜਾਂਦੀਆਂ ਨੇ, ਉਹਨਾਂ ਦੇ ਨਾਲ ਸਾਥ ਨਿਭਾਉਣ ਵਾਲਾ ਕੋਈ ਨਹੀਂ। ਤਿੰਨ ਦੁੱਖ ਨ ਕਬਹੁ ਉਤਰੈ, ਸੇ ਜਮ ਕੈ ਵਸ ਪੜਿਆਹ। ਫਿਰ ਉਹਨਾਂ ਨੂੰ ਹੁੰਦਾ ਕੀ? ਮਹਾਰਾਜ ਕਹਿੰਦੇ ਉਹਨਾਂ ਦੇ ਦੁੱਖ ਕਦੇ ਵੀ ਦੂਰ ਨਹੀਂ ਹੁੰਦੇ, ਕਦੇ ਵੀ ਦੁੱਖ ਨਹੀਂ ਉਤਰਦੇ, ਉਹ ਦੁਖੀ ਰਹਿੰਦੇ। ਉਹ ਲੋਕ ਜਿਹੜੇ ਬੰਦਿਆਂ ਨਾਲ ਜੁੜੇ ਆ, ਗੁਰੂ ਨਾਲ ਨਹੀਂ ਜੁੜੇ। ਤੇ ਬਾਅਦ ਵਿੱਚ ਕੀ ਹੁੰਦਾ ਹੈ ਜਦੋਂ ਸਰੀਰ ਤਿਆਗਦੇ? ਮਹਾਰਾਜ ਕਹਿੰਦੇ ਸੇ ਜਮ ਕੈ ਵਸ ਪੜਿਆ, ਉਹ ਫਿਰ ਜਮਾਂ ਦੇ ਵਸ ਪੈਂਦੇ ਨੇ। ਉਹ ਜੀਵ ਜਿਹੜੇ ਗੁਰੂ ਨਾਲ ਨਹੀਂ ਜੁੜੇ, ਕੇਵਲ ਬੰਦਿਆਂ ਨਾਲ ਜੁੜੇ ਹੋਏ ਆ, ਗੁਰੂ ਦੇ ਬਚਨਾਂ ਦੀ ਕਮਾਈ ਨਹੀਂ ਕਰਦੇ, ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦੇ, ਉਹ ਫਿਰ ਜਮਾਂ ਦੇ ਵਸ ਪੈਂਦੇ ਨੇ, ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ। ਤੇ ਹੁਣ ਜਿਹੜੇ ਬੰਦੇ ਆਪਣੇ ਨਾਲ ਜੋੜਦੇ, ਉਹ ਤਾਂ ਇਹ ਗੱਲ ਹੀ ਇਹ ਕਹੀ ਜਾਂਦੇ, ਕਹਿੰਦੇ ਜੰਮ ਹੁੰਦੇ ਹੀ ਨਹੀਂ, ਕਿਉਂਕਿ ਉਹ ਕਹਿੰਦੇ ਵੀ ਸਾਡੇ ਨਾਲ ਹੀ ਜੁੜੇ ਰਹਿਣ, ਤਾਂ ਹੀ ਇਹ ਗੱਲ ਕਹਿੰਦੇ। ਗੁਰਬਾਣੀ ਨੇ ਤੇ ਵਾਰ-ਵਾਰ ਇਹ ਗੱਲ ਸਮਝਾਈ ਹੈ ਕਿ ਜਮਾਂ ਦੇ ਵਸ ਵੀ ਜੀਵ ਪੈਂਦਾ ਹੈ। ਬਾਬਾ ਕਬੀਰ ਜੀ ਇੱਕ ਬਚਨ ਕਰਦੇ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਬਾਬਾ ਕਬੀਰ ਜੀ ਕਹਿੰਦੇ ਉਦੋਂ ਮਨੁੱਖ ਜਾਗਦਾ ਜਦੋਂ ਜਮਾਂ ਦਾ ਡੰਡਾ ਮੂੰਹ ਤੇ ਪੈਂਦਾ।
ਫਿਰ ਇਹਦਾ ਅਰਥ ਕੀ ਕਰੋਗੇ ਵੀ ਬਾਬਾ ਕਬੀਰ ਜੀ ਝੂਠ ਬੋਲਦੇ ਵੀ ਜਿਹੜੇ ਕਹਿੰਦੇ ਜੰਮ ਹੁੰਦੇ ਨਹੀਂ। ਹੁਣ ਬਾਬਾ ਕਬੀਰ ਜੀ ਕਹਿੰਦੇ ਵੀ ਜਦੋਂ ਜਮਾਂ ਦਾ ਡੰਡਾ ਵੱਜਦਾ ਮੂੰਹ ਤੇ ਆ ਕੇ ਉਦੋਂ ਮਨੁੱਖ ਜਾਗਦਾ। ਬਾਬਾ ਕਬੀਰ ਜੀ ਨੇ ਲਿਖਿਆ ਨਾ ਬਚਨ ਗੁਰਬਾਣੀ ਦੇ ਵਿੱਚ। ਫਿਰ ਇੱਥੇ ਕੀ ਅਰਥ ਕਰਾਂਗੇ? ਇਹ ਸਮਝਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ। ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਜਿਨੇ ਇਹ ਜਮੂਆ ਸਿਰਜਿਆ ਹੈ ਅਸੀਂ ਉਸ ਨੂੰ ਜਪਿਆ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ 52 ਅੱਖਰੀ ਦੇ ਵਿੱਚ ਵੀ, ਤੇ ਕੀਰਤਨ ਸੋਹਿਲੇ ਤੋਂ ਪਹਿਲਾਂ ਜਿਹੜੇ ਰੱਖਿਆ ਦੇ ਸ਼ਬਦ ਪੜ੍ਹੇ ਜਾਂਦੇ ਉਹਦੇ ਵਿੱਚ ਵੀ। ਹੁਣ ਤਾਂ ਉਹ ਵੀ ਪੜ੍ਹਨੋਂ ਹਟ ਗਏ, ਨਵੇਂ ਆ ਗਏ ਨਾ, ਬਹੁਤੇ ਸਿਆਣੇ ਆ ਗਏ, ਕਹਿੰਦੇ ਜੀ ਇਹਨਾਂ ਦੀ ਲੋੜ ਹੀ ਨਹੀਂ। ਤੇ ਸਾਡੇ ਗ੍ਰੰਥੀ ਤਾਂ ਬੜੀ ਛੇਤੀ ਮੰਨਦੇ ਆ, ਕਿਉਂਕਿ 4 ਸ਼ਬਦ ਘੱਟ ਪੜ੍ਹਨੇ ਪੈਂਦੇ, ਕੰਮ ਸੌਖਾ ਹੋ ਜਾਂਦਾ। ਉਹ ਪਹਿਲਾਂ ਤਿਆਰ ਹੁੰਦੇ ਮੰਨਣ ਵਾਸਤੇ। ਘਟਾਓ ਬਾਣੀ ਨੂੰ, ਘਟਾਓ, ਇਹ ਕੰਮ ਚੱਲ ਪਿਆ। ਕਿੱਥੇ ਗੁਰੂ ਸਾਹਿਬ ਕਹਿੰਦੇ ਬਾਣੀ ਵਧਾਓ, ਵੱਧ ਤੋਂ ਵੱਧ ਪੜ੍ਹੋ, ਤੇ ਅੱਜ ਕਹਿੰਦੇ ਘਟਾਓ। ਰਹਿ ਰਸ ਵੀ ਘਟਾ ਦਿੱਤੀ ਕਾਲੀਆਂ ਨੇ, ਅੱਧੀ ਕਰ ਦਿੱਤੀ। ਘਟਾਓ ਜੀ, ਰੱਜ ਕੇ ਘਟਾਓ। ਘਟਾਇਆ ਨਹੀਂ ਕੁਝ ਵੀ ਮਿਲਣਾ। ਗੁਰਬਾਣੀ ਤੇ ਜਿੰਨੀ ਵੱਧ ਪੜ੍ਹੋਗੇ ਓਨਾ ਵੱਧ ਫਲ ਮਿਲਣਾ। ਤੇ ਅਸੀਂ ਦਿਨੋਂ ਦਿਨ ਘਟਾਈ ਜਾਂਦੇ ਵੀ ਘਟਾਓ। ਉਹਨਾਂ ਨੇ 5 ਦੀ ਥਾਂ ਤੇ 3 ਹੀ ਕਰਤੀ ਵੀ 3 ਹੀ ਪੜ੍ਹਨੀ ਚਾਹੀਦੀ। ਇਹ ਕਿੱਧਰ ਨੂੰ ਖੇਡ ਜਾ ਰਹੀ? ਮੈਂ ਕਈ ਵਾਰ ਸੋਚਦਾ ਹੁੰਦਾ ਹੈ ਵੀ ਜਦੋਂ ਘਰ ਬਣਾਉਣੇ ਉਦੋਂ ਕਹਿੰਦੇ 2 ਮਰਲੇ ਹੋਰ ਲਾ ਲਈਏ, ਕਿਸੇ ਦੇ ਵੀ 4 ਮਰਲੇ ਸਾਡੇ ਘਰ ਹੀ ਆ ਜਾਣ। ਤੇ ਜਦੋਂ ਬਾਣੀ ਪੜ੍ਹਨੀ ਉਹ ਕਹਿੰਦੇ ਘਟਾ ਦਈਏ। ਕਲਯੁਗ ਇਹਨੂੰ ਕਹਿੰਦੇ ਨਾ ਵੀ ਜਿਹੜੀ ਚੀਜ਼ ਨੂੰ ਵਧਾਉਣਾ ਚਾਹੀਦਾ ਹੈ ਉਹ ਵਧਾਉਂਦੇ ਨਹੀਂ। ਘਰ ਬਣਾਉਣਾ ਹੋਵੇ ਤੇ ਆਖੀਦਾ ਵੀ ਦੂਜੇ ਦੇ ਵੀ 2 ਫੁੱਟ ਥਾਂ ਕਿਤੇ ਸਾਡੇ 'ਚ ਹੀ ਆ ਜਾਏ, ਅਗਲਾ ਵੇਖੀ ਨਾ, ਵੀ ਅਗਲੇ ਨੂੰ ਪਤਾ ਹੀ ਨਾ ਲੱਗੇ। ਘਰ ਬਣਾਉਣੇ ਆ ਤੇ ਅਸੀਂ ਦਿਨ ਦਿਨ ਵਧਾਉਣੇ ਆ ਵੀ 2 ਮੰਜ਼ਲਾਂ ਹੋਰ ਬਣ ਜਾਣ, ਤਾਂ ਬਣ ਜਾਣ, ਵੱਡਾ ਹੋ ਜਾਵੇ, ਕੋਠੀ ਵੱਡੀ ਹੋ ਜਾਵੇ। ਅਹੁਦਾ ਕੋਈ ਮਿਲਦਾ ਤੇ ਅਸੀਂ ਕਹਿੰਦੇ ਸਾਡਾ ਰੈਂਕ ਵਧੇ ਛੇਤੀ ਛੇਤੀ, ਅਸੀਂ ਥਾਣੇਦਾਰ ਬਣੀਏ, SHO ਬਣੀਏ, ਗਾਂ ਦੀ ਗਾਂ ਸਾਡਾ ਅਹੁਦਾ ਵੱਧ ਜਾਵੇ। ਕੋਈ ਵੀ ਅਹੁਦਾ ਉਦੋਂ ਕੋਈ ਨਹੀਂ ਕਹਿੰਦਾ ਵੀ ਇਹ ਘਟਣਾ ਚਾਹੀਦਾ। ਪਰ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ ਉਦੋਂ ਕਹਿੰਦੇ ਘੱਟ ਹੀ ਜਾਵੇ, ਥੋੜ੍ਹੀਆਂ ਹੀ ਪੜ੍ਹਨੀਆਂ ਪੈਣੀਆਂ। ਇਹਨੂੰ ਕਲਯੁਗ ਕਹਿੰਦੇ ਆ। ਸਮਝਣ ਦੀ ਲੋੜ ਹੈ। ਜਿਹੜੀ ਚੀਜ਼, ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਅਹੁਦਾ ਛੋਟਾ ਰੱਖੋ ਤੇ ਮਾਲਕ ਦੀ ਮੌਜ, ਜਿੰਨਾ ਕੁ ਅਹੁਦਾ ਮਾਲਕ ਨੇ ਸਾਨੂੰ ਦੇਣਾ ਲਿਖਿਆ ਉਹਨਾਂ ਕੁ ਮਿਲਣਾ। ਪਰ ਇੱਕ ਖੇਡ ਹੈ ਵੀ ਸਾਡਾ ਮਨ ਤਾਂ ਉਸ ਅਹੁਦੇ ਨੂੰ ਵਧਾਉਣ ਵਾਸਤੇ ਯਤਨ ਕਰਦਾ ਨਾ, ਭਾਵੇਂ ਵਧੇ ਭਾਵੇਂ ਨਾ ਵਧੇ। ਤੇ ਇਹ ਤਾਂ ਮਾਲਕ ਜਾਣਦਾ, ਕਿਸੇ ਦਾ ਵੱਧ ਜਾਂਦਾ, ਕੋਈ ਉੱਥੇ ਹੀ ਰਹਿ ਜਾਂਦਾ, ਉਹ ਵੱਖਰਾ ਵਿਸ਼ਾ ਹੈ। ਪਰ ਹਰ ਬੰਦਾ ਵਧਾਉਣ ਦਾ ਯਤਨ ਕਰਦਾ, ਇਹ ਨਹੀਂ ਵੀ ਯਤਨ ਨਹੀਂ ਕੀਤਾ। ਯਤਨ ਹਰ ਇੱਕ ਨੇ ਕੀਤਾ ਹੁੰਦਾ ਹੈ ਕਿ ਮੇਰਾ ਵੱਡਾ ਅਹੁਦਾ ਹੋਵੇ। ਯਤਨ ਹਰ ਕੋਈ ਕਰਦਾ। ਹਰ ਬੰਦਾ ਚਾਹੁੰਦਾ ਮੇਰੀ ਜ਼ਮੀਨ ਵਧੇ, ਹਰ ਬੰਦਾ ਚਾਹੁੰਦਾ ਮੇਰਾ ਘਰ ਵੱਡਾ ਹੋਵੇ, ਹਰ ਬੰਦਾ ਚਾਹੁੰਦਾ ਮੇਰੀ ਆਮਦਨ ਵਧੇ, ਕੋਈ ਕਹਿੰਦਾ ਮੇਰੀ ਘੱਟ ਹੋਵੇ। ਪਰ ਗੁਰਮੁਖੋ ਗੁਰਬਾਣੀ ਕਿਉਂ ਘਟੇ? ਜੇ ਬਾਕੀ ਚੀਜ਼ਾਂ ਅਸੀਂ ਵਧੇ ਆ ਤੇ ਫਿਰ ਸਾਡਾ ਫਰਜ਼ ਹੈ ਗੁਰਬਾਣੀ ਵੀ ਵਧੇ, ਅਸੀਂ ਗੁਰਬਾਣੀ ਵੀ ਵੱਧ ਪੜ੍ਹੀਏ, ਘੱਟ ਨਾ ਪੜ੍ਹੀਏ। ਸਿਮਰਨ ਵੀ ਸਾਡਾ ਵਧੇ, ਸੇਵਾ ਵੀ ਸਾਡੀ ਵਧੇ। ਪਰ ਬਿਜ਼ਨਸ ਤਾਂ ਲੋਕ ਵਧਾਉਂਦੇ ਨੇ ਤੇ ਗੁਰਬਾਣੀ ਨੂੰ ਇਹ ਲੋਕ ਘਟਾਈ ਜਾਂਦੇ ਆ। ਤੇ ਤਨਖਾਹਾਂ ਵੇਖ ਲਓ ਇਹਨਾਂ ਦੀਆਂ ਕਿੰਨੀਆਂ ਕਿੰਨੀਆਂ, 70 80 ਹਜ਼ਾਰ, ਲੱਖ। ਇੱਕ 77 ਲਾਇਆ ਸੀ ਸ਼੍ਰੋਮਣੀ ਕਮੇਟੀ ਨੇ, 3 ਲੱਖ ਤਨਖਾਹ ਦਾ ਉਹਦੀ 3 ਲੱਖ ਕਰਤੀ। ਬਾਣੀਆਂ ਤੁਸੀਂ ਘਟਾਈ ਜਾਂਦੇ। ਕਮਾਲ ਦੀ ਗੱਲ ਹੈ। ਸਮਝਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ। ਤੇ ਜਿਹੜੀ ਆਪਣੀ ਕਮਜ਼ੋਰੀ ਹੈ ਨਾ ਉਹਨੂੰ ਲਿਖ ਕੇ ਤੇ ਅਕਾਲ ਤਖਤ ਸਾਹਿਬ ਦੀ ਮੋਹਰ ਲਾ ਕੇ ਕਹਿ ਦੇਣਾ ਵੀ ਇਹ ਅਕਾਲ ਤਖਤ ਦੀ ਮਰਿਆਦਾ ਹੈ। ਕਮਾਲ ਦੀ ਗੱਲ। ਅਕਾਲ ਤਖਤ ਸਾਹਿਬ ਦਾ ਡਰ ਦੇਣਾ ਹੈ ਵੀ ਜਿਹੜਾ ਇਹਦੇ ਉਲਟ ਚੱਲੂ ਅਕਾਲ ਤਖਤ ਦੇ ਉਲਟ ਹੈ। ਕਿੰਨੇ ਬਣਾਈ ਮਰਿਆਦਾ? ਕੋਈ ਸਿੱਧ ਕਰੇ। 3 ਬੰਦਿਆਂ ਨੇ ਉਹ ਮਰਿਆਦਾ ਬਣਾਈ, ਮੈਂ ਸਿੱਧ ਕਰਨਾ, ਲਿਖਤੇ ਆ। 3 ਬੰਦੇ ਪੰਥ ਚਲਾਉਂਦੇ ਆ। ਉਹ 3 ਬੰਦੇ ਵੀ ਕੌਣ? ਜਿਹੜੇ ਆਪ ਮਾਸ ਦੇ ਆਦੀ ਸਨ। ਸਬੂਤ ਹੈ। ਇੱਕ ਹੁੰਦਾ ਕੇਵਲ ਕਹਿਣ ਮਾਤਰ, ਚੌਥਾ ਸੀ ਉਹਨਾਂ ਦੇ ਨਾਲ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ, ਗੁਰਮੁਖ ਪਿਆਰੇ। ਜਦੋਂ ਰਹਿਤ ਮਰਿਆਦਾ ਬਣਾਉਣੀ ਸੀ 1931-32 ਦੇ ਵਿੱਚ, ਤੇ ਜਦੋਂ ਭਾਈ ਰਣਧੀਰ ਸਿੰਘ ਨਾਲ ਮਾਸ ਦੇ ਵਿਸ਼ੇ ਤੇ ਗੱਲ ਹੋਈ ਨਾ, ਤੇ ਭਾਈ ਸਾਹਿਬ ਨੇ ਪ੍ਰਮਾਣ ਦੇ ਕੇ ਗੁਰਬਾਣੀ ਵਿੱਚ ਸਿੱਧ ਕੀਤਾ ਕਿ ਮਾਸ ਖਾਣਾ ਗੁਰਮਤਿ ਵਿੱਚ ਹੈ ਨਹੀਂ। ਤਾਂ ਉਹਨਾਂ ਨੇ ਚੁੱਕ ਕੇ ਭਾਈ ਸਾਹਿਬ ਨੂੰ ਵੀ ਬਾਹਰ ਕੱਢ ਦਿੱਤਾ। ਕਹਿੰਦੇ ਇਹਨੂੰ ਨਹੀਂ ਵਿੱਚ ਰੱਖਣਾ, ਜੇ ਮਾਸ ਖਾਣ ਵਾਲੀ ਗੱਲ ਲਿਖਣੀ ਹੈ ਫਿਰ ਇਹਨੂੰ ਬਾਹਰ ਕੱਢੋ। ਭਾਈ ਰਣਧੀਰ ਸਿੰਘ ਨੂੰ ਬਾਹਰ ਕੱਢ ਕੇ 3 ਬੰਦਿਆਂ ਨੇ ਮਰਿਆਦਾ ਬਣਾਈ।
तो मैं सवाल करता हूँ कि 1931-32 तो पहला ਜਿਹੜੇ सिख से गुरु साहब तो लैके 1931-32 तक उन्होंने कोले किहड़ी मर्यादा सी? अस्कर तो वह भी मर्यादा 'च जिउंदे रहे, वो भी तो गुरु की मर्यादा रखते ही होणगे। मर्यादा तो बिना तो कोई सिख रहा ही नहीं गा। सानू की लोड़ पई 1931-32 नवीं तैयार करना? ये कौम नूं खत्म करने के तरीके सन, पर असीं समझे नहीं। असीं हौली हौली मान लिया हाँ जी अकाल तख्त की मर्यादा है। किते 50 साला श्रोमणी कमेटी इतिहास एक किताब पढ़ के वेखो, फिर तुहानूं पता लगूगा। उन्होंने बदल नहीं कोई सकता। जो कुछ लिखिया उहदे विच सब कुछ लिखिया है, वो छपदी अज भी। उहदे विच लिखिया होया है कि ये प्रमाणित नहीं हुई मर्यादा, ये खरड़ा तैयार किया। खरड़ा, खरड़े का अर्थ तुहाडे विचों पढ़े लिखे वीर चंगी तरह जानते हैं। खरड़ा तैयार किया जाता पहला कच्चा, ਜਦੋਂ ਆਪਾਂ ਵੇਖਣਾ ਹੋਵੇ ਵੀ ਇਹਦੇ ਵਿੱਚ ਕਿਹੜੀ ਗੱਲ ਸਹੀ ਹੈ ਤੇ ਕਿਹੜੀ ਗਲਤ ਆ, ਉਹਨੂੰ ਕੱਟ ਵੱਢ ਵੀ ਕਰਨਾ ਪੈਂਦਾ, ਉਹਨੂੰ ਅੰਤਮ ਫੈਸਲਾ ਨਹੀਂ। ਖਰੜੇ ਤੋਂ ਬਾਅਦ ਫਿਰ ਪ੍ਰਮਾਣ, ਜਦੋਂ ਉਹਨੂੰ ਸਾਰੇ ਸਹਿਮਤੀ ਦੇ ਦਿੰਦੇ ਆ ਉਦੋਂ ਬਾਅਦ ਫਿਰ ਪ੍ਰਮਾਣਿਤ ਹੁੰਦੀ ਆ। ਇਹ ਖਰੜਾ ਹੀ ਤਿਆਰ ਹੋਇਆ ਜਿਹਨੂੰ ਪ੍ਰਮਾਣਿਤ ਕਿਹਾ ਜਾਂਦਾ। ਸਬੂਤ ਆ ਸਾਡੇ ਕੋਲ, ਗੱਲੀ ਬਾਤੀ ਨਹੀਂ ਗੱਲ ਕਰਦੇ। ਸੋ ਇਹ ਧਿਆਨ ਦੇਣ ਦੀ ਲੋੜ ਹੈ। ਹਾਂ, ਰਹਿਤ ਮਰਿਆਦਾ ਸਿੱਖ ਦੀ ਹੈ। ਰਹਿਤਨਾਮੇ तकरीबन 20 के करीब रहतनामे है जिहदे विच रहत मर्यादा सिख की लिखी हुई है। असीं क्यों ये मन्नीए जिहड़ी अपनी बंदियां दी बनाई है? हाँ, रहतनामिਆਂ के आधार पर बनाउण असीं मन्नांगे। रहतनामिਆਂ ਦੇ ਵਿੱਚ 5 ਬਾਣੀਆਂ लिखियां ने अमृत वेले, इन्हां ने 3 लिखियां। असीं उन्हां दी मन्नीए कि इन्हां दी मन्नीए बंदियां दी? ਜਿਹੜੇ ਗੁਰੂ ਸਾਹਿਬ ਦੇ ਵੇਲੇ ਸਿੱਖ ਹੋਏ ਉਹਨਾਂ ਨੂੰ ਝੂਠੇ ਕਰ ਦਈਏ ਤੇ ਜਿਹੜੇ ਬਾਅਦ ਵਿੱਚ ਉੱਠੇ ਆ ਇਹਨਾਂ ਨੂੰ ਅਸੀਂ ਸੱਚੇ ਕਰ ਦਈਏ? ਇਹ ਸੁਚੇਤ ਹੋਣ ਦੀ ਲੋੜ ਹੈ। सिर्फ मैं जानकारी वास्ते तुहाडे बचन कहे आ। रहतनामे भाई नंद लाल सिंह जी, गुरु गोबिंद सिंह दे वेले होए सिख, उन्हां दा रहतनामा पढ़ के वेखो, उन्होंने बाणी का जिक्र किया होया। भाई दया सिंह जी 5 प्यारिਆਂ ਦੇ मुखी होए, उन्होंने भी रहतनामा लिखा। भाई साहब सिंह ने रहतनामा लिखा। भाई चौपा सिंह जी जो सतगुरां दे साहिबजादिਆਂ ਨੂੰ खिडाउंदे रहे ने, खिडावे सन, उन्होंने रहतनामा लिखा। भाई देसा सिंह जी कवि सैनापत गुर सोभा ग्रंथ जिन्होंने लिखा, वो भी उस वेले कवि सन 52 कवियों विचों। जिहड़े कलगीधर पातशाह दे वेले होए ने, असीं उन्हां नूं इग्नोर कर दईए, उन्हां दे बचन गलत साबित कर दईए, ते जिहड़े अजकल दे नवें उठे है इन्हां नूं सही मान लईए। किवें हो सकदा? नहीं, पुरातन लिखतां ही सही मन्नियां जा सकदियां, हुण वालियां दे विच बड़ा कुछ हो सकदा है। ये समझण दी लोड़ है। सो रहो विचार, मैं इस विषय वल ना जावां। मैं वचन कर रहा सी कि 3 दुख न कबहू उतरै से जम कै वस पड़िया। गुरमुखो ये हालात साडे बन गए हैं। असीं अपनी मर्जी नाल अर्थ कर रहे हैं तो अपनी मर्जी नाल मर्यादा बनाई फिरदे। नहीं, मर्यादा भी उही चलूगी जिहड़ी कलगीधर पातशाह ने लिखी है। पहलां भी सिख रहिंदे रहे, मर्यादा विच रहिंदे रहे। अज भी सिख जिहड़े है जथेबंदियां उस मर्यादा नूं फॉलो करदियां ने, निभाउंदियां ने। ध्यान देना। सो गुरु प्यार वाल मैनू चेते है कि एक बार संत बाबा ठाकुर सिंह जी खालसा पिंडरां वालिਆਂ ਨੂੰ बचन कह दिता। एक सिंह ने कहन लगे जी टकसाल की मर्यादा आ वा। बाबा जी गुस्से में आ गए, कहन लगे सिंघा ये बचन क्यों किया? टकसाल की कोई मर्यादा नहीं, मर्यादा कलगीधर पातशाह की है ते टकसाल उहदे ते चलदी है। मर्यादा कलगीधर पातशाह की है ते टकसाल उहदे ते पहरा दिंदी है। ध्यान देना, ये बचन महापुरखों ने कहे सी। मैं ये अपने अखीं वेखे ते कन्नी सुने। सो कदे उन्होंने ये नहीं कहा भी टकसाल की मर्यादा, मर्यादा कलगीधर पातशाह की है। टकसाल उहदे ते पहरा दिंदी है ते कलगीधर पातशाह की मर्यादा ते पहरा देण वालियां ने सरकार दीयां जड़ां हिलाईयां ने ते जिहड़ियां नवीआं बनाईयां फिरदे उन्होंने नहीं लाईयां। ये ध्यान देना, इनू समझण दा यत्न करियो। जिहड़े भाई लक्ष्मण सिंह जी सी उदों अजे मर्यादा ये बनी नहीं सी, वो पहलां कुर्बानियां दे गए। श्रोमणी गुरुद्वारा प्रबंधक कमेटी उन्हां तो ही शुरू हुई है। वो चंगे सन जिन्हां ने कुर्बानियां दित्तियां। भाई करतार सिंह जी झब्बर, भाई टहर सिंह जी, इस तरह होर अनेकां, भाई केर सिंह जी, भाई दरबारा सिंह जी, किन्ने कदा मैं जिक्र करा जिन्हां ने शहीदियां दित्तियां ने। उदों ये नवीं मर्यादा नहीं सी तैयार हुई। ध्यान देना।
ਸੋ ਇਹਨੂੰ ਸਮਝਣ ਦਾ ਯਤਨ ਕਰਿਓ। ਕੁਰਬਾਨੀਆਂ ਉਹਨਾਂ ਨੇ ਦਿੱਤੀਆਂ, ਗੁਰੂ ਕੇ ਪਿਆਰਿਆਂ ਨੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀਆਂ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ ਅਤੇ ਕਬਜ਼ਾ ਕਿਸੇ ਹੋਰ ਦਾ ਹੋ ਗਿਆ। ਆਈ ਉਹਨਾਂ ਦੇ, ਉਹ ਚੰਗੇ ਸਨ। ਜਦੋਂ ਸ਼ੁਰੂਆਤ ਸੀ ਉਦੋਂ ਚੰਗੀ ਸੀ, ਗਲਤ ਨਹੀਂ ਸੀ। ਕੁਰਬਾਨੀਆਂ ਨਾਲ ਇਹ ਸਾਡੀ ਸੰਸਥਾ ਅੱਜ ਵੀ ਇਹ ਮਾੜੀ ਨਹੀਂ। ਮਾੜੇ ਬੰਦਿਆਂ ਦਾ ਕਬਜ਼ਾ ਹੋ ਗਿਆ, ਸੰਸਥਾ ਨਹੀਂ ਮਾੜੀ। ਇਹ ਧਿਆਨ ਦੇਣਾ, ਸੰਸਥਾ ਤਾਂ ਚੰਗੀ ਰਹੂਗੀ। ਜੇ ਕੋਈ ਸੰਸਥਾ ਹੈ, ਸੰਸਥਾ ਦੇ ਵਿੱਚ ਕੋਈ ਬੰਦਾ ਮਾੜਾ ਵੜ ਗਿਆ ਤੇ ਬੰਦੇ ਨੂੰ ਮਾੜਾ ਕਿਹਾ ਜਾ ਸਕਦਾ ਹੈ, ਸੰਸਥਾ ਨਹੀਂ ਮਾੜੀ ਹੋ ਸਕਦੀ। ਇਹ ਧਿਆਨ ਦੇਣਾ। ਸੋ ਰਹੋ ਵਿਚਾਰ। ਇਹ ਬਚਨ ਵੀ ਜ਼ਰੂਰੀ ਸਨ। ਇਹ ਬਚਨ ਤਾਂ ਚੱਲਿਆ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜਿਆਹ। ਵੀ ਅੱਜ ਕਹਿੰਦੇ ਜਮ ਹੀ ਨਹੀਂ ਹੈਗਾ, ਤੇ ਉਹ ਰੱਖਿਆ ਦੇ ਸ਼ਬਦ ਤੋਂ ਗੱਲ ਚੱਲ ਪਈ ਕਿ ਹੁਣ ਕਹਿੰਦੇ ਰੱਖਿਆ ਦੇ ਸ਼ਬਦ ਪੜ੍ਹਨੇ ਨਹੀਂ ਚਾਹੀਦੇ। ਰੱਖਿਆ ਦੇ ਸ਼ਬਦ ਵਿੱਚ ਇਹ ਬਚਨ ਆਪਾਂ ਪੜ੍ਹਦੇ ਹਾਂ ਕਿ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹਉ ਅਣਾ ਤੂੰ ਅਣਹਿ ਛੁਟ ਹੈ ਨਿਕਟ ਨਾ ਜਾਈਓ ਦੂਤ। ਉੱਥੇ ਬਚਨ ਲਿਖਿਆ, ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ ਦਰਜ ਹੈ। ਪਾਤਸ਼ਾਹ ਕਹਿੰਦੇ ਨੇ ਵੀ ਧਰਮ ਰਾਜਾ ਕੀ ਕਹਿੰਦਾ? ਕਹਿੰਦੇ ਧਰਮਰਾਜ ਇਹ ਗੱਲ ਕਹਿੰਦਾ ਕਿ ਜਿੱਥੇ ਰੱਬ ਦੇ ਪਿਆਰੇ ਕੀਰਤਨ ਕਰਦੇ ਨੇ ਰੋਜ਼, ਜਿੱਥੇ ਰੱਬ ਦੇ ਪਿਆਰੇ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਐ ਜਮਦੂਤੋ ਨਿਕਟ ਨਾ ਜਾਈਓ ਦੂਤ, ਉਹਨਾਂ ਦੇ ਨੇੜੇ ਨਾ ਜਾਇਓ। ਜੇ ਚਲੇ ਗਏ ਅਣਾ ਹਉ ਅਣਾ ਤੂੰ ਅਣਾਹੇ ਛੁੱਟ ਹੈ, ਨਾ ਤਾਂ ਮੈਂ ਨਾ ਤੁਸੀਂ ਛੁੱਟਾਂਗੇ ਨਹੀਂ, ਮਾਰੇ ਜਾਵਾਂਗੇ ਜੇ ਉਹਨਾਂ ਕੋਲੇ ਚਲੇ ਗਏ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ। ਇਹਦਾ ਅਰਥ ਵੀ ਜਮਦੂਤ ਹੈਗੇ, ਤਾਂ ਹੀ ਮਹਾਰਾਜ ਨੇ ਲਿਖਿਆ। ਸੋ ਉਹ ਜਮਾਂ ਦੇ ਵਸ ਪੈਂਦੇ ਨੇ ਜਿਹੜੇ ਗੁਰੂ ਤੋਂ ਬਾਹਰ ਹੋ ਗਏ ਨੇ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆਹ। ਜਿਨ੍ਹਾਂ ਨੇ ਆਪਣੇ ਪ੍ਰਭੂ ਵਾਹਿਗੁਰੂ ਨੂੰ ਰਾਵਿਆ ਦਾ ਅਰਥ ਉਚਾਰਨ ਕੀਤਾ, ਮਾਲਕ ਦਾ ਜਾਪ ਕੀਤਾ, ਸਿਮਰਨ ਕੀਤਾ, ਬੰਦਗੀ ਕੀਤੀ, ਉਹ ਜੀਵ ਨਿਤ ਹੀ ਵਾਹਿਗੁਰੂ ਦੇ ਦਰ 'ਤੇ ਖੜੇ ਦਿਸਦੇ ਨੇ, ਚੰਗੇ ਦਿਸਦੇ ਨੇ, ਅਥਵਾ ਉਹ ਸਦਾ ਹੀ ਮਾਲਕ ਦੇ ਦਰ 'ਤੇ ਖੜੇ ਨੇ, ਪ੍ਰਵਾਨ ਨੇ। ਰਤਨ ਜਵੇਹਰ ਲਾਲ ਹਾਰ ਕੰਠ ਤਿਨਾ ਜੜਿਆਹ। ਰਤਨ ਨਾਮ ਰੂਪੀ ਰਤਨ, ਵੈਰਾਗ ਰੂਪੀ ਜਵੇਹਰ, ਪ੍ਰੇਮ ਰੂਪੀ ਲਾਲ, ਉਹਨਾਂ ਦੇ ਹਿਰਦੇ ਰੂਪੀ ਕੰਠ ਗਲੇ ਵਿੱਚ ਪਰਮੇਸ਼ਰ ਨੇ ਜੜ ਦਿੱਤਾ, ਸਦਾ ਹੀ ਆਪਣੇ ਅੰਦਰ ਵਸਾ ਕੇ ਰੱਖਦੇ ਹਨ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜਿਆਹ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਤਿੰਨਾਂ ਦੇ ਚਰਨਾਂ ਦੀ ਧੂੜੀ ਲੋਚਦਾ, ਮੰਗਦਾ ਹਾਂ। ਕਿਹਨਾਂ ਦੇ? ਪ੍ਰਭ ਸਰਣੀ ਦਰ ਪੜਿਆਹ, ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਮਾਲਕ ਦੇ ਦਰ 'ਤੇ ਪੈ ਗਏ ਨੇ, ਮਾਲਕ ਨਾਲ ਜੁੜ ਗਏ ਨੇ, ਇੱਕ 'ਤੇ ਭਰੋਸਾ ਰੱਖਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਅਸੀਂ ਲੋਚਦੇ ਹਾਂ। ਮੰਗਿਰ ਪ੍ਰਭ ਆਰਾਧਨਾ ਬਹੁੜ ਨ ਜਨਮੜਿਆਹ। ਅਖੀਰਲੀ ਪੰਕਤੀ ਵਿੱਚ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਮੱਘਰ ਦੇ ਮਹੀਨੇ ਵਿੱਚ ਜਿਹੜੇ ਜੀਵ ਪ੍ਰਭੂ ਦੀ ਆਰਾਧਨਾ ਕਰਨਗੇ, ਮਾਲਕ ਦਾ ਸਿਮਰਨ ਕਰਨਗੇ, ਬਹੁੜ ਨਾ ਜਨਮੜਿਆਹ, ਉਹ ਦੁਬਾਰਾ ਨਹੀਂ ਜੰਮਣਗੇ, ਮਰਨਗੇ। ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਣਗੇ, ਸਦਾ ਵਾਸਤੇ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਣਗੇ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੱਜ ਦੇ ਮੱਘਰ ਦੇ ਮਹੀਨੇ ਦੇ ਦੁਆਰਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹਦਾ ਮੁੱਖ ਭਾਵ ਗੁਰਮੁਖ ਇਹੋ ਹੈ, ਗੁਰਮੁਖੋ ਇਹੋ ਹੈ ਕਿ ਇਹ ਮੱਘਰ ਦਾ ਮਹੀਨਾ ਤਾਂ ਸਾਡੇ ਵਾਸਤੇ ਸੁੱਖ ਵਾਲਾ ਹੋਵੇਗਾ ਜੇ ਅਸੀਂ ਮਾਲਕ ਨਾਲ ਜੁੜ ਜਾਈਏ ਤੇ ਅਸੀਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਦੱਸੀ ਮਰਿਆਦਾ ਵਿੱਚ ਚੱਲੀਏ, ਨਾਮ ਬਾਣੀ ਸਤ ਸੰਗਤ ਅਭਿਆਸ ਕਰੀਏ, ਤਾਂ ਇਹ ਜੀਵਨ, ਇਹ ਮਹੀਨਾ ਖੁਸ਼ੀਆਂ ਭਰਿਆ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ। ਜਿਵੇਂ ਪਿਛਲਾ ਮਹੀਨਾ ਆਪਣੇ ਭਾਣੇ ਅੰਦਰ ਬਤੀਤ ਕਰਵਾਇਆ, ਤਿਵੇਂ ਅੱਜ ਦਾ ਮਹੀਨਾ ਜੋ ਮੱਘਰ ਦਾ ਪ੍ਰਾਰੰਭ ਹੋਇਆ ਹੈ, ਆਪਣੇ ਭਾਣੇ ਅੰਦਰ ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ, ਸ਼ੁਭ ਕਰਮ ਕਰਦਿਆਂ, ਗੁਰਮਤਿ ਵਿਚਰਦਿਆਂ ਹੋਇਆਂ ਬਤੀਤ ਕਰਵਾਉਣ, ਇਹ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਭੁੱਲਾਂ ਦੀ ਖਿਮਾ ਬਖਸ਼ਿਓ। ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜਿਆਹ।
ਮੰਗਿਰ ਪ੍ਰਭ ਆਰਾਧਣਾ ਬਾਹੁੜ ਨਾ ਜਨਮੜਿਆਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।